ਅੱਜ ਦੀ ਗੁਰਮਤਿ ਕਲਾਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਦਾ ਸਭ ਦਾ ਸਵਾਗਤ ਹੈ ਜੀ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਅਰਦਾਸ ਦੀ ਜੋ ਪੰਥ ਪ੍ਰਵਾਨ ਤੇ ਰਹਿਤ ਮਰਿਆਦਾ ਦੇ ਅੰਦਰ ਸ਼ਬਦਾਵਲੀ ਦਿੱਤੀ ਗਈ ਹੈ ਉਸ ਦੀ ਵਿਸਥਾਰ ਸਹਿਤ ਵਿਆਖਿਆ ਕਰ ਰਹੇ ਹਨ। ਤੋ ਉਸ ਦਾ ਅਗਲਾ ਭਾਗ ਜਿਹੜਾ ਹੈ ਉਹਦੀ ਅੱਜ ਉਸ ਦੀ ਵਿਆਖਿਆ ਵੀਰ ਹਰਜੀਤ ਸਿੰਘ ਜੀ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਰਹਿਤ ਮਰਿਆਦਾ ਵਿੱਚ ਅਰਦਾਸ ਦਾ ਜੋ ਸਰੂਪ ਦਿੱਤਾ ਗਿਆ ਹੈ ਉਸ ਦੀ ਅਸੀਂ ਸ਼ਬਦਾਵਲੀ ਦੀ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਅਸੀਂ ਜੋ ਪਹਿਰਾ ਅਰਦਾਸ ਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇਸ ਵਿੱਚੋਂ ਪਿਛਲੇ ਹਫ਼ਤੇ ਅਸੀਂ ਰਹਿਤ ਦਾ ਜ਼ਿਕਰ ਕੀਤਾ ਸੀ। ਅੱਜ ਦੇ ਵਿਚਾਰਾਂ ਵਿੱਚ ਅਸੀਂ ਵਿਵੇਕ ਦਾਨ ਤੋਂ ਵਿਚਾਰ ਆਰੰਭ ਕਰਾਂਗੇ। ਵਿਵੇਕ ਲਫ਼ਜ਼ ਸੰਸਕ੍ਰਿਤ ਦਾ ਲਫ਼ਜ਼ ਵਿਵੇਕ ਤੋਂ ਜਿਹੜਾ ਵਾਵੇ ਨਾਲ ਲਿਖਿਆ ਜਾਂਦਾ ਹੈ ਉਹਦੀ ਵਰਤੋਂ ਕੀਤੀ ਗਈ ਹੈ। ਬੁੱਧੀ ਦੀ ਉੱਚੀ ਯੋਗਤਾ ਹੈ ਜਿਸ ਰਾਹੀਂ ਇਹ ਸੱਤ ਤੇ ਅਸੱਤ ਦਾ ਫੈਸਲਾ ਕਰਦੀ ਹੈ, ਸੱਚ ਤੇ ਝੂਠ ਦਾ ਨਿਰਣਾ ਕਰਦੀ ਹੈ। ਇਹਦੇ ਰਾਹੀਂ ਉਹ ਵਸਤੂ ਦੇ ਸਰੂਪ ਦਾ ਨਿਰਣਾ ਵੀ ਕਰਦੀ ਹੈ, ਜ਼ਾਹਰੀ ਰੂਪ ਤੋਂ ਨਹੀਂ, ਉਹਦੇ ਅੰਦਰਲੇ ਗੁਣਾਂ ਨੂੰ ਦੇਖ ਕੇ। ਚੰਗੇ ਤੇ ਮੰਦੇ ਦੀ ਤਮੀਜ਼ ਜਿਹੜੀ ਹੈ ਇਹਦੇ ਮੁਤਾਬਕ ਹੀ ਹੁੰਦੀ ਹੈ, ਇਸ ਤੋਂ ਹੀ ਹੁੰਦੀ ਹੈ। ਚੰਗਾ ਕੀ ਹੈ, ਮਾੜਾ ਕੀ ਹੈ, ਇਹਦੀ ਸੋਝੀ ਵੀ ਸਾਨੂੰ ਇੱਥੋਂ ਹੀ ਹੁੰਦੀ ਹੈ। ਵਿਵੇਕ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਵਿਦਵਾਨਾਂ ਨੇ ਬੜੇ ਪਿਆਰੇ ਢੰਗ ਦੇ ਨਾਲ ਇਹਦੇ ਅਰਥ ਕੀਤੇ ਹਨ। ਇੱਕ ਸੱਜਣ ਨੇ ਅਰਥ ਕੀਤੇ ਹਨ ਕਿ ਸੱਤ ਤੇ ਅਸੱਤ ਦੀ ਸੋਝੀ, ਚੰਗੇ ਤੇ ਮੰਦੇ ਦੀ ਪਹਿਚਾਨ, ਝੂਠ ਤੇ ਸੱਚ ਨੂੰ ਪਹਿਚਾਨਣ ਵਾਲੀ ਬਿਰਤੀ। ਇਹ ਸ਼ਬਦ ਨੇੜੇ ਨੇੜੇ ਹਨ। ਇੱਕ ਬੁੱਧੀ, ਦੂਜਾ ਹੈ ਗਿਆਨ, ਤੀਜਾ ਹੈ ਵਿਵੇਕ। ਨੇੜੇ ਨੇੜੇ ਦੇ ਸ਼ਬਦ ਹਨ। ਪਰ ਵਿਵੇਕ ਦਾ ਅਰਥ ਜੋ ਗੁਰਮਤਿ ਵਿੱਚ ਹੈ ਉਹ ਕੇਵਲ ਦਿਮਾਗੀ ਗਿਆਨ ਨਹੀਂ ਹੈ, ਕਾਗਜ਼ੀ ਗਿਆਨ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਕਿਆ ਕਿਰਪਾਲਤਾ ਮਹਾਰਾਜ ਨੇ ਕਿਰਪਾ ਸਾਡੇ ਤੇ ਕੀਤੀ ਹੈ। ਇਹਦੀ ਵਿਆਖਿਆ ਜਦੋਂ ਵਿਵੇਕ ਦੀ ਕੀਤੀ ਤਾਂ ਉਹਦੇ 'ਚ ਦੱਸਿਆ ਵਿਵੇਕ ਉਹ ਮੱਤ ਹੈ ਜਿਸ ਦੇ ਨਾਲ ਸਾਨੂੰ ਝੂਠ ਤੇ ਸੱਚ ਦੀ ਸੋਝੀ ਹੋ ਜਾਏ। ਜੇ ਕੋਈ ਬੰਦਾ ਪੜ੍ਹ ਲੈਂਦਾ ਹੈ, ਪੜ੍ਹਿਆ ਲਿਖਿਆ ਬਣ ਜਾਏ ਤੇ ਅਸੀਂ ਕਹੀਏ ਬੜਾ ਵਿਵੇਕਵਾਨ ਹੋ ਗਿਆ, ਇਹਦੇ ਕੋਲ ਬੜੀ ਵਿਵੇਕ ਬੁੱਧੀ ਹੈ, ਉੱਚੀ ਡਿਗਰੀ ਵਾਲਾ ਹੋ ਗਿਆ, ਦੁਨਿਆਵੀ ਪੜ੍ਹਾਈ ਹੋ ਗਈ ਹੈ। ਪੜ੍ਹਾਈ ਦਾ ਨਾਮ, ਵਿਦਿਆ ਦਾ ਨਾਮ, ਦਿਮਾਗੀ ਗਿਆਨ ਦਾ ਨਾਮ, ਦੁਨੀਆ ਦੇ ਇਲਮ, ਇਹ ਸਿੱਖੀ ਵਿੱਚ ਇਹ ਵਿਵੇਕ ਨਹੀਂ ਹੈ। ਸੰਸਾਰ ਦਾ ਬਾਹਰ ਦਾ ਗਿਆਨ ਕਰ ਲੈਣਾ ਇਹ ਵਿਵੇਕ ਦੇ ਵਿੱਚ ਸਿੱਖੀ ਦਾ ਇਹ ਵਿਵੇਕ ਨਹੀਂ ਹੈ। ਹਿੱਸਾ ਤਾਂ ਹੈ ਲੇਕਿਨ ਵਿਵੇਕ ਨਹੀਂ ਹੈ। ਕਈ ਵਾਰੀ ਦੇਖਿਆ ਹੋਏਗਾ ਕਿ ਦਿਮਾਗ ਦਾ ਜਿਹੜਾ ਬਾਹਰਲਾ ਗਿਆਨ ਹੈ
ਦਿਮਾਗੀ ਗਿਆਨ ਹੈ, ਇੱਕ ਬੰਦੇ ਨੂੰ ਖਾਸ ਬੁੱਧੀ ਤਾਂ ਦੇ ਦਿੰਦਾ ਹੈ, ਪਰ ਵਿਵੇਕ ਤਾਂ ਉਹ ਚੀਜ਼ ਹੈ, ਉਹ ਦਾਨ ਹੈ, ਉਹ ਵਸਤੂ ਹੈ ਜਿਸ ਦੇ ਆਉਣ ਨਾਲ ਮਨੁੱਖ ਅਸਲ ਵਿੱਚ ਆਪਣੇ ਅਸਲੇ ਦੀ ਪਛਾਣ ਕਰ ਲੈਂਦਾ। ਮੈਂ ਕੀ ਹਾਂ, ਆਪਣੇ ਮੂਲ ਦੀ ਪਛਾਣ ਕਰ ਲੈਂਦਾ ਹੈ। ਤਾਂ ਵਿਵੇਕ ਉਹ ਗਿਆਨ ਹੈ ਜਿਸ ਦਾ ਮਨੁੱਖ ਨੂੰ ਆਪਣੇ ਮੂਲ ਦੀ ਪਛਾਣ ਹੁੰਦੀ ਹੈ ਕਿ ਮੈਂ ਕੀ ਹਾਂ। ਤਾਂ ਜਿਹੜਾ ਦਾਨ ਅਸੀਂ ਅਰਦਾਸ ਵਿੱਚ ਰੋਜ਼ ਮੰਗਦੇ ਹਾਂ ਵੀ ਸਾਨੂੰ ਵਿਵੇਕ ਦਾਨ ਦਿਓ, ਤੇ ਅਸੀਂ ਅਰਦਾਸ ਵਿੱਚ ਰੋਜ਼ ਮੰਗਦੇ ਹਾਂ, ਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, 2 ਵਾਰੀ ਅਰਦਾਸ ਕਰਦੇ ਹਾਂ। ਤਾਂ ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਵਰਤਿਆ ਹੈ ਰਾਗ ਆਸਾ ਦੇ ਵਿੱਚ, ਵਿਵੇਕ ਦਾ ਜੋ ਸ਼ਬਦ ਆਉਂਦਾ ਹੈ, ਤਾਂ ਉਹ ਕਹਿੰਦੇ ਨੇ ਮਾਧੋ ਇਹ ਵਾਹਿਗੁਰੂ ਜੀਓ, ਸਾਡੀ ਬਿਰਤੀ ਕੀ ਬਣ ਗਈ ਹੈ, ਅਸੀਂ ਅਗਿਆਨਤਾ ਨੂੰ ਪ੍ਰੇਮ ਕਰੀ ਜਾਂਦੇ ਹਾਂ, ਅਗਿਆਨਤਾ ਵਿੱਚ ਵੱਝੇ ਹੋਏ ਹਾਂ, ਤੇ ਜਿਹੜਾ ਵਿਵੇਕ ਦਾ ਦੀਵਾ ਹੈ ਅਸਲ ਵਿੱਚ ਉਹ ਧੁੰਦਲਾ ਪੈ ਗਿਆ ਹੈ, ਮਲੀਨ ਹੋ ਗਿਆ ਹੈ। ਜਿਹੜੀ ਵਿਵੇਕ ਸੂਝ ਹੈ ਉਹਦੇ ਅੰਦਰ ਸਾਨੂੰ ਸਮਝ ਹੀ ਨਹੀਂ ਆਈ ਉਹ ਚੀਜ਼ ਕੀ ਹੈ, ਇਹ ਕਹਿ ਲਈ ਕਿ ਅੰਦਰ ਮਲੀਨ ਹੋ ਗਿਆ। ਤਾਂ ਗੁਰੂ ਭਗਤ ਰਵਿਦਾਸ ਜੀ ਨੇ ਆਸਾ ਰਾਗ ਵਿੱਚ ਜਦੋਂ ਸ਼ਬਦ ਵਰਤਿਆ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਵਿਵੇਕ ਦਾ ਦੀਵਾ ਮਲੀਨ ਹੋ ਗਿਆ, ਭਾਵ ਵਿਵੇਕ ਦੀ ਸੋਝੀ ਨਹੀਂ ਰਹੀ, ਉਹਦੀ ਰੋਸ਼ਨੀ ਨਹੀਂ ਹੋਈ। ਅਵਿਦਿਆ ਜਿਹੜੀ ਬਿਰਤੀ ਸਾਡੀ ਕੀ ਬਣ ਗਈ, ਜਿਹੜਾ ਨਹੀਂ ਕਰਨ ਵਾਲਾ ਉਹਨੂੰ ਅਸੀਂ ਪਿਆਰ ਕਰਦੇ ਹਾਂ, ਇਹਦਾ ਮਤਲਬ ਉੱਥੇ ਵਿਵੇਕ ਨਹੀਂ ਹੈ। ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਵਿਵੇਕ ਦਾ ਫਿਰ ਸੋਰਠ ਰਾਗ ਵਿੱਚ ਵੀ ਵਰਤਿਆ, ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕ ਹੈ, ਉੱਥੇ ਐੜਾ ਲਫ਼ਜ਼ ਅੱਗੇ ਲੱਗ ਗਿਆ। ਅਵਿਵੇਕ ਦਾ ਅਰਥ ਸੀ ਜਿਹਦੇ ਕੋਲ ਗਿਆਨ ਨਹੀਂ ਹੈ, ਜਿਹਨੂੰ ਅਸਲੇ ਦੀ ਸੋਝੀ ਨਹੀਂ ਹੈ, ਜਿਹਦੇ ਅੰਦਰ ਦੇ ਮੂਲ ਨੂੰ ਨਹੀਂ ਪਛਾਣਿਆ। ਭਗਤ ਜੀ ਕਹਿੰਦੇ ਮਨੁੱਖਾ ਜਨਮ ਬੜਾ ਕੀਮਤੀ ਹੈ, ਬੜਾ ਦੁਰਲਭ ਹੈ, ਬੜਾ ਮਨੁੱਖਾ ਜਨਮ ਕੀਮਤੀ ਹੈ, ਦੁਰਲਭ ਜਨਮ ਹੈ, ਪਰ ਵਿਵੇਕ ਨਾ ਹੋਣ ਕਰਕੇ, ਉਹਦੀ ਸਮਝ ਨਾ ਹੋਣ ਕਰਕੇ ਇਹ ਵਿਅਰਥ ਜਾਂਦਾ ਹੈ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕ ਹੈ। ਇਹ ਦੁਰਲਭ ਜਨਮ ਹੈ, ਕੀਮਤੀ ਜਨਮ ਹੈ, ਲੇਕਿਨ ਵਿਵੇਕ ਹੋਣ ਕਰਕੇ, ਵਿਵੇਕ ਨਾ ਹੋਣ ਕਰਕੇ ਇਹ ਵਿਰਥਾ ਜਾ ਰਿਹਾ ਹੈ। ਇੰਨਾ ਗਿਆਨ ਹਾਸਲ ਕੀਤਾ, ਅੱਜ ਮਨੁੱਖ ਕੋਲ ਰੁਪਈਆ ਹੈ, ਪੈਸਾ ਹੈ, ਕਿਸੇ ਕੋਲ ਰਾਜ ਹੈ, ਕਿਸੇ ਕੋਲ ਕੁਛ ਹੈ, ਕਿਸੇ ਕੋਲ ਕੁਛ ਹੈ, ਪਰ ਜੇ ਮਨੁੱਖ ਅੰਦਰ ਦੀ ਝਾਤ ਮਾਰ ਕੇ ਦੇਖ ਲਵੇ ਤੇ ਇਉਂ ਜਾਪਦਾ ਹੈ ਕਿ ਇਸਨੇ ਅਜੇ ਕੁਝ ਵੀ ਪ੍ਰਾਪਤ ਨਹੀਂ ਕੀਤਾ। ਜੇ ਮਨੁੱਖ ਅੰਦਰ ਦੀ ਝਾਤ ਮਾਰ ਕੇ ਦੇਖ ਲਵੇ ਇਹਦੇ ਕੋਲ ਅੰਦਰ ਕੀ ਹੈ, ਇਉਂ ਜਾਪਦਾ, ਮੈਨੂੰ ਤੇ ਇਉਂ ਜਾਪਦਾ ਵੀ ਅਸੀਂ ਇਹ ਵਿਵੇਕ ਤੋਂ ਬਿਲਕੁਲ ਪੂਰੇ ਹੀ ਹਾਂ। ਅਸੀਂ ਵਿਵੇਕ ਨੂੰ ਬਾਹਰ ਦੀ ਸੁੱਚ-ਮਾਲੀ ਤੱਕ ਰੱਖ ਲਿਆ, ਅਸੀਂ ਵਿਵੇਕ ਨੂੰ ਬਾਹਰ ਦੇ ਭਾਂਡਿਆਂ ਤੱਕ ਸੀਮਿਤ ਕਰ ਲਿਆ, ਅਸੀਂ ਵਿਵੇਕ ਨੂੰ ਕੱਪੜਿਆਂ ਤੱਕ ਸੀਮਿਤ ਕਰ ਲਿਆ, ਅਸੀਂ ਵਿਵੇਕ ਨੂੰ ਕੇਵਲ ਆਪਣੀ ਲੋੜ ਅਨੁਸਾਰ ਵਰਤ ਲਿਆ। ਪਰ ਮੈਨੂੰ ਇਹੋ ਜਾਪਦਾ ਹੈ ਜਦੋਂ ਅੰਦਰ ਨੂੰ ਅਸੀਂ ਝਾਤ ਮਾਰਦੇ ਹਾਂ ਕਿ ਵਿਵੇਕ ਸਾਡੇ ਨੇੜੇ ਤੇੜੇ ਵੀ ਕਿਤੇ ਢੁਕਦਾ ਨਹੀਂ ਹੈ, ਜਿਸ ਵਿਵੇਕ ਦੀ ਗੱਲ ਭਗਤ ਜੀ ਨੇ ਜਾਂ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੀਤੀ ਹੈ। ਤਾਂ ਭਗਤ ਜੀ ਨੇ ਤਾਂ ਨਤਾਰਾ ਹੀ ਕਰ ਦਿੱਤਾ ਇਸ ਗੱਲ ਦਾ। ਭਗਤ ਰਵਿਦਾਸ ਜੀ ਨੇ ਕਹਿ ਲੱਗੇ, ਉਹ ਸੱਜਣਾ, ਉਹ ਭਾਈ, ਵਿਵੇਕ ਤੋਂ ਬਿਨਾਂ ਕੇਵਲ ਆਪਣੇ ਬਾਹਰ ਦੀ ਤਰੱਕੀ ਨੂੰ ਗਿਆਨ ਨਾ ਸਮਝ ਬੈਠੀ, ਕਿਤੇ ਦੁਨੀਆ ਦੇ ਵਿੱਚ ਅਮੀਰ ਬਣ ਜਾਣ ਨੂੰ ਕਿਤੇ ਵਿਵੇਕ ਨਾ ਸਮਝ ਬੈਠੀ, ਤੇ ਤੇਰੇ ਕੋਲ ਰਾਜੇ ਇੰਦਰ ਵਰਗਾ ਰਾਜ ਵੀ ਆ ਜਾਏ, ਪਰ ਸੱਚ ਜਾਣੀ ਇਹ ਵਿਵੇਕ ਨਹੀਂ ਹੈ, ਰੱਬ ਦੀ ਭਗਤੀ ਨਹੀਂ ਹੈ। ਇੰਨਾ ਵੱਡਾ ਪਸਾਰਾ ਅਰਥ ਕੀ ਹੈ ਜੇ ਰੱਬ ਦੀ ਬੰਦਗੀ ਨਹੀਂ ਹੈ, ਜੇ ਇਹਦੇ ਨਾਲ ਬਣਨਾ ਕੁਛ ਨਹੀਂ, ਤੇ ਦੱਸ ਏਡੇ ਵੱਡੇ ਪਸਾਰੇ ਦਾ ਅਰਥ ਕੀ ਹੈ, ਕੀ ਬਣਦਾ ਹੈ। ਜਿਹੜਾ ਸੋਰਠ ਰਾਗ ਦਾ ਮੈਂ ਬੇਨਤੀ ਕੀਤੀ ਹੈ ਉਹਦੇ ਵਿੱਚ ਹੀ ਭਗਤ ਜੀ ਇਹ ਗੱਲ ਲਿਖਦੇ ਨੇ, ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੇ। ਦੱਸੋ ਕਿਸ ਲੇਖੇ ਤੇ ਹੈ? ਹਾਂ, ਕਹਿੰਦੇ ਨੇ, ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਏ। ਜਾਣੇ ਜਾਣੇ ਚ ਕਹਿੰਦੇ ਅਸੀਂ ਜ਼ਿੰਦਗੀ ਬਰਬਾਦ ਕਮਲੇ ਹੋ ਗਏ, ਝੱਲੇ ਬਣ ਗਏ।
ਸੋਚਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ, ਵਿਵੇਕ ਨਾ ਆਇਆ। ਤੇ ਉਸ ਨੂੰ ਵਿਵੇਕ ਬੁੱਧੀ ਅਸੀਂ ਕਿਵੇਂ ਕਹਿ ਸਕਦੇ ਹਾਂ, ਜਿਹੜਾ ਲਿਖਦਾ ਵੀ ਹੈ, ਪੜ੍ਹਦਾ ਵੀ ਹੈ, ਸਮਝਦਾ ਵੀ ਹੈ, ਪਰ ਭੈੜਾ ਕੰਮ ਵੀ ਕਰੀ ਜਾਂਦਾ ਹੈ, ਕੁਕਰਮ ਵੀ ਕਰੀ ਜਾਂਦਾ ਹੈ। ਜਿਹੜਾ ਬੰਦਾ ਇਹੋ ਜਿਹੀ ਸੋਚਦਾ ਉਹ ਕਦੀ ਵਿਵੇਕੀ ਨਹੀਂ ਹੋ ਸਕਦਾ। ਉਹਦੇ ਕੋਲ ਸੂਝ ਨਹੀਂ ਹੈ, ਸੱਚ ਤੇ ਝੂਠ ਤੇ ਪਰਖ ਕਰਨ ਦੀ ਸ਼ਕਤੀ ਨਹੀਂ ਹੈ। ਜਿਹੜਾ ਬੰਦਾ ਪੜ੍ਹਦਾ ਵੀ ਹੈ, ਸਮਝਦਾ ਵੀ ਹੈ, ਤੇ ਫਿਰ ਮੁੜ ਮੁੜ ਕੇ ਉਹ ਕੰਮ ਵੀ ਕਰੀ ਜਾਂਦਾ ਹੈ, ਜਾਂ ਕੰਮ ਨਹੀਂ ਕਰਨਾ ਫਿਰ ਵੀ ਕਰੀ ਜਾਂਦਾ ਹੈ, ਫਿਰ ਕਦੀ ਵਿਵੇਕੀ ਕਿੱਦਾਂ ਹੋ ਗਿਆ? ਉਹ ਵਿਵੇਕ ਕਿਵੇਂ ਹੋ ਗਿਆ? ਕੇਵਲ ਭਾਂਡਿਆਂ ਵਿੱਚ ਖਾ ਲੈਣਾ ਜਾਂ ਅਸੀਂ ਆਪਣੇ ਆਪ ਬਾਹਰ ਦੀ ਸੋਚ ਕਰ ਲੈਣੀ ਨਾਲ ਵਿਵੇਕ ਥੋੜੀ ਹੋ ਜਾਏਗਾ। ਵਿਵੇਕ ਤਾਂ ਸੀ ਜਦੋਂ ਮਨੁੱਖ ਚੰਗੀਆਂ ਤੇ ਮੰਦੀਆਂ ਸੋਚਾਂ ਵਿੱਚੋਂ ਸਾਰਾ ਦਿਨ ਸਾਡਾ ਨਿਕਲ ਗਿਆ, ਉਹ ਵਿਵੇਕੀ ਨਹੀਂ ਹੈ। ਜਦੋਂ ਇੰਦਰੀ ਦਾ ਬਲ ਸਾਡੇ ਉੱਤੇ ਚੜ੍ਹ ਕੇ ਬੋਲਦਾ ਹੈ, ਇੰਦਰੀਆਂ ਦਾ ਬਲ ਜਦੋਂ ਇਸ ਸੰਸਾਰ ਦੇ ਵਿੱਚ ਖੁੱਭ ਜਾਂਦੀਆਂ ਹਨ, ਦੁਨੀਆ ਦੇ ਰਸ ਨੂੰ ਭੋਗਦੀਆਂ ਹਨ, ਉਹ ਵਿਵੇਕ ਨਹੀਂ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਕਿੱਥੇ ਇੰਦਰੀ ਤਾਂ ਫਸੀ ਹੋਈ ਰਸਕਸ ਦੇ ਵਿੱਚ। ਜਦੋਂ ਇੰਦਰੀਆਂ ਰਸਕਸ ਵਿੱਚ ਫਸ ਜਾਂਦੀਆਂ ਨੇ, ਇੰਦਰੀਆਂ ਰਸਕਸ ਵਿੱਚ ਹੁੰਦੀਆਂ ਨੇ, ਉਹਨੂੰ ਵਿਵੇਕ ਨਹੀਂ ਕਿਹਾ ਜਾ ਸਕਦਾ, ਨਾ ਉਹ ਵਿਵੇਕ ਹੁੰਦਾ। ਤਾਂ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਗੱਲ ਦੱਸਦੀ ਵੀ ਜਿਹੜੀ ਵਿਵੇਕ ਬੁੱਧੀ ਹੈ, ਚੰਗੀ ਮੱਤ ਹੈ, ਇਹ ਚੰਗੇ ਬੰਦੇ ਦੀ ਪਹਿਚਾਨਣ ਵਾਲੀ ਹੈ। ਇਹ ਕਹਿੰਦੇ ਬਲ ਤੋਂ ਰਹਿਤ ਹੋ ਗਈ ਹੈ, ਕਮਜ਼ੋਰ ਹੋ ਗਈ ਹੈ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਜਿੰਨਾ ਮਰਜ਼ੀ ਗਿਆਨ ਹਾਸਲ ਕਰ ਲਈਏ ਬਾਹਰਲਾ, ਜਿੰਨੀ ਦੇਰ ਤੱਕ ਸਾਡੇ ਕੋਲ ਅੰਦਰ ਦੇ ਗਿਆਨ ਦੀ ਵਿਵੇਕ ਬੁੱਧ ਨਹੀਂ ਹੈ, ਉਨੀ ਦੇਰ ਤੱਕ ਅਸੀਂ ਰੱਬੀ ਮਾਰਗ ਦੇ ਜਾਂ ਪਰਮਾਰਥ ਨੂੰ ਨਹੀਂ ਕਮਾ ਸਕਦੇ, ਨਾ ਹੀ ਰੱਬ ਦੇ ਨੇੜੇ ਹੋ ਸਕਦੇ। ਹੁਣ ਸਵਾਲ ਇਹ ਆ ਜਾ ਉੱਠਦਾ, ਇੱਕ ਸਵਾਲ ਇਹ ਉੱਠ ਜਾਂਦਾ ਵੀ ਇਹ ਵਿਵੇਕ ਬੁੱਧ ਫਿਰ ਆਵੇ ਕਿਵੇਂ? ਵਿਵੇਕ ਬੁੱਧ ਕਿਵੇਂ ਆ ਗਿਆ? ਸਾਡੇ ਸੰਸਾਰ ਦੇ ਅੰਦਰ ਆਮ ਤੌਰ ਤੇ ਦੋ ਗੱਲਾਂ ਚੱਲਦੀਆਂ ਨੇ। ਇੱਕ ਚੁੱਝ ਗਿਆਨ ਦੀ ਗੱਲ ਚੱਲਦੀ ਹੈ, ਜਦੋਂ ਅਸੀਂ ਚੁੱਝ ਗਿਆਨ ਕਹਿ ਦਿੰਦੇ ਹਾਂ, ਜਿਹੜਾ ਅੰਦਰੋਂ ਸਿੱਖਣਾ ਤੇ ਬਾਹਰੋਂ ਬੜਬੋਲਾ ਹੁੰਦਾ। ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਹੈ ਕਿ ਇਹ ਵਿਵੇਕ ਨਹੀਂ ਹੈ। ਜਿਹੜਾ ਗਿਆਨ ਅੰਦਰੋਂ ਸਿੱਖਣਾ ਤੇ ਬਾਹਰੋਂ ਬੜਬੋਲਾ ਹੈ, ਗਿਆਨ ਦੀਆਂ ਗੱਲਾਂ ਕਰੀ ਜਾਂਦਾ ਹੈ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਨੇ ਲਿਖਿਆ, ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤ ਨਹੀਂ ਅਸਮਾਨ ਗਿਰਾਵੇ, ਐਸੇ ਲੋਗਣ ਸਿਉ ਕਹਿ ਕਹੀਏ, ਜੋ ਕਬ ਪੀਏ ਭਗਤ ਤੇ ਬਾਜ਼, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਣੀ। ਫਿਰ ਭਗਤ ਜੀ ਕਹਿੰਦੇ, ਔਰ ਨਾ ਹਸਤ ਆਪ ਹੈ ਕਾਣੇ, ਆਪ ਕਾਣੇ ਦੂਜੇ ਸਜਾਕਿਆ ਤੇ ਹੱਸਦਾ। ਤੇ ਕਬੀਰ ਜੀ ਨੂੰ ਤਾਂ ਕਹਿੰਦੇ ਸ਼ਰਮ ਆਉਂਦੀ ਹੈ ਉਹਨਾਂ ਲੋਕਾਂ ਵੱਲ ਦੇਖ ਕੇ, ਜਿਹੜੇ ਹਰ ਜਸ ਸੁਣਦੇ ਨਹੀਂ, ਗਾਉਂਦੇ ਨਹੀਂ, ਤੇ ਗੱਲਾਂ ਗੱਲਾਂ ਦਾ ਸਮਾਨ ਥੱਲੇ ਸੁੱਟ ਦਿੰਦੇ ਹਨ, ਬੜਬੋਲੇ ਹਨ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਗ੍ਰੰਥ ਸਾਹਿਬ ਜੀ, ਵੀ ਇਹ ਵਿਵੇਕ ਨਹੀਂ ਹੈ। ਵਿਵੇਕ ਬੁੱਧੀ ਹਾਸਲ ਕਰਨੀ ਜੇ ਕਰਨੀ ਹੈ ਤਾਂ ਗੁਰਮਤਿ ਦੇ ਸ਼ਬਦ ਨੂੰ ਪੜ੍ਹਨਾ ਪਏਗਾ, ਅਸ਼ਟਪਦੀ ਨੂੰ ਪੜ੍ਹਨਾ ਪਏਗਾ। ਸਮਝ ਪੈ ਜਾਏਗੀ ਵਿਵੇਕ ਦਾਨ ਕਿਵੇਂ ਮਿਲਦਾ ਹੈ। ਅਸੀਂ ਜਦੋਂ ਸ਼ਬਦ ਪੜਾਂਗੇ ਸਮਝ ਆਉਂਦੀ ਹੈ ਸਾਨੂੰ ਕਿ ਅੰਦਰਲਾ ਗਿਆਨ ਕਿਵੇਂ ਹੋਵੇ। ਅਸੀਂ ਬਾਹਰਲੀ ਵਿਦਿਆ ਦੇ ਤਲ ਤੇ ਸੋਚਦੇ ਹਾਂ ਵੀ ਅਸੀਂ ਬੜੇ ਸਿਆਣੇ ਹੋ ਗਏ, ਸਾਨੂੰ ਸਾਰੀ ਸਮਝ ਆ ਗਈ, ਵਿਵੇਕ ਬੁੱਧ ਆ ਗਈ। ਇੱਕ ਵਿਦਵਾਨ ਨੇ ਬੜਾ ਖੂਬਸੂਰਤ ਲਿਖਿਆ ਹੈ ਕਿ ਵਿਵੇਕਹੀਨ ਵਿਦਵਤਾ ਨਾਲੋਂ ਵਿਦਵਤਾਹੀਨ ਵਿਵੇਕ ਚੰਗਾ ਹੈ। ਇਹ ਗੱਲ ਬੜੀ ਕੰਮ ਦੀ ਹੈ। ਵਿਵੇਕਹੀਨ ਵਿਦਵਤਾ ਨਾਲੋਂ, ਜਿਸ ਵਿਦਵਤਾ ਵਿੱਚ ਵਿਵੇਕ ਨਹੀਂ ਹੈ, ਉਹਦੇ ਨਾਲੋਂ ਵਿਦਵਤਾਹੀਨ ਵਿਵੇਕ ਚੰਗਾ ਹੈ। ਜੇ ਵਿਦਿਆ ਨਹੀਂ ਵੀ ਹੈ ਤੇ ਚੰਗੇ ਮਾੜੇ ਦੀ ਸੋਝੀ ਹੈ ਤਾਂ ਉਹ ਵਿਵੇਕ ਚੰਗਾ ਹੈ। ਉਹਦਾ ਇੱਥੇ ਸੰਸਾਰੀ ਵਿਦਿਆ ਦੇ ਨਾਲ ਵਿਵੇਕ ਦਾ ਟੱਕਰਾ ਨਹੀਂ ਕੀਤਾ ਜਾ ਸਕਦਾ। ਜੇਕਰ ਕਿਸੇ ਬੰਦੇ ਕੋਲ ਕੋਈ ਸੂਝ ਹੀ ਨਹੀਂ, ਚੰਗੇ ਬੰਦੇ ਦੀ ਪਹਿਚਾਣ ਨਹੀਂ, ਵਿਦਵਾਨ ਬੜਾ ਹੈ, ਕਿਤਾਬਾਂ ਵੀ ਲਿਖਦਾ, ਰਾਈਟਰ ਹੈ, ਬੋਲ ਲੈਂਦਾ ਹੈ, ਕਥਾ ਵਿਚਾਰ ਵੀ ਕਰਦਾ ਹੈ, ਸਭ ਕੁਝ ਕਰਦਾ ਹੈ, ਉਸ ਨਾਲੋਂ ਤਾਂ ਚੰਗਾ ਸੀ ਜਿਹੜਾ ਘੱਟ ਅੱਖਰ ਪੜ੍ਹਿਆ ਹੋਵੇ ਪਰ ਅੰਦਰ ਦੀ ਸੂਝ ਲੈ ਕੇ ਬੈਠਾ ਹੋਵੇ, ਜਿਹਨੂੰ ਗੁਰੂ ਸਾਹਿਬ ਜੀ ਨੇ ਕਿਹਾ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਆਸਾ ਕੀ ਵਾਰ ਦੇ ਵਿੱਚ ਹੀ ਉਹਦਾ ਜ਼ਿਕਰ ਕੀਤਾ। ਉਹ ਵਿਵੇਕੀ ਹੈ।
ਉਹ ਚੰਗਾ ਹੈ, ਜਿਹਨੇ ਅੰਦਰ ਦੀ ਸੂਝਤਾ ਰੱਖੀ ਹੈ। ਤਾਂ ਕੇਵਲ ਡਿਗਰੀਆਂ ਦੇ ਨਾਲ ਵਿਵੇਕ ਹਾਸਲ ਨਹੀਂ ਹੁੰਦਾ, ਕਿਤਾਬਾਂ ਪੜ੍ਹ ਲੈਣ ਨਾਲ ਵਿਵੇਕ ਹਾਸਲ ਨਹੀਂ ਹੁੰਦਾ, ਜਿਹੜਾ ਵਿਵੇਕ ਦੀ ਗੱਲ ਕੀਤੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਇੱਕ ਸਵਾਲ ਕੀਤਾ, ਪਾਤਸ਼ਾਹ ਜੀ ਫਿਰ ਵਿਵੇਕ ਮਿਲੇ ਕਿਵੇਂ? ਤਾਂ ਸਤਿਗੁਰੂ ਜੀ ਕਹਿਣ ਲੱਗੇ, ਬੜੇ ਪਾਠ ਕੀਤੇ, ਕਰਨੇ ਵੀ ਚਾਹੀਦੇ ਨੇ, ਪਾਠ ਜ਼ਿੰਦਗੀ ਦਾ ਸਿੱਖ ਦਾ ਹਿੱਸਾ ਹੈ, ਪਰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਪਾਠ ਕੇਵਲ ਜ਼ਬਾਨ ਹੀ ਨਾ ਕਰੀ ਜਾਵੇ। ਵਿਵੇਕ ਦਾ ਹਾਸਲ ਕਰਨ ਦੇ ਲਈ ਇਹ ਗੱਲ ਕਦੀ ਨਾ ਭੁੱਲੋ ਕਿ ਪਾਠ ਕੇਵਲ ਜ਼ਬਾਨ ਕਰੇ, ਕੰਨ ਸੁਣਨ ਹੀ ਨਾ। ਜਿਹੜੀ ਚੀਜ਼ ਜ਼ਬਾਨ ਨੇ ਬੋਲ ਦਿੱਤੀ, ਕੰਨ ਨੇ ਸੁਣੀ ਨਹੀਂ, ਉਹਦਾ ਅਸਰ ਨਹੀਂ ਹੁੰਦਾ। ਜੇ ਪਾਠ ਜੋ ਅਸੀਂ ਨਿਤਨੇਮ ਵੀ ਕਰਦੇ ਹਾਂ, ਜੋ ਅਸੀਂ ਰੋਜ਼ ਗੁਰਬਾਣੀ ਦਾ ਜੇਕਰ ਪਾਠ ਕਰਦੇ ਹਾਂ, ਤਾਂ ਸਾਡੇ ਕੰਨਾਂ ਨੂੰ ਸੁਣਨ ਦੀ ਲੋੜ ਹੈ। ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਦਿਮਾਗ ਤੋਂ ਕਹਿੰਦੇ ਹਾਂ, ਜਦ ਤੱਕ ਕੰਨ ਸੁਣਦੇ ਨਹੀਂ, ਉਨੀ ਦੇਰ ਤੱਕ ਉਹ ਅਮਲ ਵਿੱਚ ਨਹੀਂ ਆਉਂਦਾ। ਦੂਜੇ ਨੂੰ ਸੁਣਾਉਣ ਤੋਂ ਪਹਿਲਾਂ ਆਪ ਸੁਣਨ ਦੀ ਲੋੜ ਹੈ। ਵਿਵੇਕ ਇਹ ਹੈ ਕਿ ਦੂਜੇ ਨੂੰ ਸੁਣਾਉਣ ਤੋਂ ਪਹਿਲਾਂ ਆਪ ਸੁਣਨ ਦੀ ਲੋੜ ਹੈ। ਜੇ ਅਸੀਂ ਆਪ ਨਹੀਂ ਸੁਣਿਆ ਤੇ ਦੂਜੇ ਨੂੰ ਕਿਵੇਂ ਸੁਣਾ ਸਕਦੇ ਹਾਂ? ਦੂਜੇ ਨੂੰ ਸੁਣਾਉਣ ਦਾ ਫਾਇਦਾ ਵੀ ਕੋਈ ਨਹੀਂ। ਪਾਠ ਸਾਡੇ ਇੱਥੋਂ ਥੱਲੇ ਹੀ ਨਾ ਜਾਵੇ। ਬੰਦੇ ਨੂੰ ਪਿਆਸ ਲੱਗੀ ਹੋਵੇ, ਅਸੀਂ ਉਹਨੂੰ ਕਹੀਏ ਵੀ ਤੂੰ ਆ ਲੈ ਪਾਣੀ ਦਾ ਗਿਲਾਸ, ਪਰ ਪਾਣੀ ਅੰਦਰ ਨਹੀਂ ਜਾਣਾ ਚਾਹੀਦਾ, ਮੂੰਹ 'ਚ ਪਾ ਕੇ ਚੂਲੀ ਕਰ ਦੇ, ਤੇ ਕਦੀ ਇਸ ਤਰ੍ਹਾਂ ਚੂਲੀਆਂ ਕਰਨਾ ਪਿਆਸ ਬੁਝੇਗੀ? ਬਿਲਕੁਲ ਨਹੀਂ ਬੁਝੇਗੀ। ਪਿਆਸ ਤਾਂ ਬੁਝੇਗੀ ਜਦੋਂ ਪਾਣੀ ਅੰਦਰ ਜਾਏਗਾ। ਭੁੱਖ ਲੱਗੀ ਹੋਵੇ, ਥਾਲੀ ਪਰੋਸ ਕੇ ਰੱਖੀ ਹੋਵੇ, ਥਾਲੀ ਵਿੱਚ 36 ਪ੍ਰਕਾਰ ਦਾ ਭੋਜਨ ਹੋਵੇ, ਤੇ ਉਹ ਥਾਲੀ ਵਿੱਚ ਪਿਆ ਹੋਇਆ ਭੋਜਨ ਬੰਦੇ ਦੀ ਭੁੱਖ ਨਹੀਂ ਮਿਟਾ ਸਕਦਾ। ਭੁੱਖ ਉਦੋਂ ਮਿਟੇਗੀ ਜਦੋਂ ਭੋਜਨ ਅੰਦਰ ਜਾਏਗਾ। ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ, ਉਧਾਰੋਂ ਦੀ ਗੱਲ ਹੋਏਗੀ। ਖਾਣਾ ਵੀ ਪਏਗਾ, ਪਚਾਉਣਾ ਵੀ ਪਏਗਾ। ਵਿਵੇਕ ਬੁੱਧੀ ਦੇ ਲਈ ਇਹ ਜ਼ਰੂਰੀ ਹੈ ਵੀ ਭੋਜਨ ਖਾਣਾ ਪਏਗਾ, ਭੋਜਨ ਪਚਾਉਣਾ ਪਵੇਗਾ। ਪਰ ਜੇ ਅਸੀਂ ਉੱਤੋਂ ਪੜ੍ਹ ਲਈਏ, ਅਸੀਂ ਰੋਜ਼ ਪਾਠ ਕਰਦੇ ਹਾਂ, ਸਾਡੀ ਹਾਲਤ ਕੁਛ ਇਹੋ ਜਿਹੀ ਹੈ ਜੋ ਅਸੀਂ ਕਰਦੇ ਹਾਂ। ਤਾਂ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਅੰਦਰ ਜਾਣ ਦੀ, ਉਹ ਆਸਾ ਬਰੀ ਸਰਲੇਖ ਦੇ ਕੇ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਿਹਾ ਸੁਚਿਤ ਧਰ ਹਾਂ, ਅਰਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਕੀ। ਲਾਲਨ ਨੂੰ ਪਾਉਣਾ ਹੀ ਵਿਵੇਕ ਹੈ। ਦੇਖੋ ਕਿੰਨੀ ਗੱਲ ਸਪਸ਼ਟ ਕੀਤੀਆਂ ਵੀ ਜ਼ਬਾਨ ਤੋਂ ਕਹਿਣਾ, ਕੰਨਾਂ ਨੇ ਸੁਣਨਾ, ਕਹੇ ਤੇ ਸੁਣੇ ਨਾਲ ਮਨ 'ਚ ਪਿਆਰ ਪਾ ਲੈਣਾ, ਫਿਰ ਜੋ ਗੁਰੂ ਕਹਿੰਦਾ ਉਹਨੂੰ ਆਪਣੇ ਚਿੱਤ 'ਚ ਵਸਾ ਲੈਣਾ, ਤੇ ਗੁਰੂ ਦੇ ਤੋਂ ਇਲਾਵਾ ਹੋਰ ਕਿਸੇ ਦੀ ਗੱਲ ਮੰਨਣੀ ਕੋਈ ਨਹੀਂ। ਅਰਸਿਓ ਤੋਰ ਫੇਰ ਹਾਂ। ਵਿਵੇਕ ਤਾਂ ਏਦਾਂ ਮਿਲਦਾ ਕਿ ਸਾਡੀ ਬਿਰਤੀ ਇਹੋ ਜਿਹੀ ਬਣੀ ਹੈ, ਕਿ ਸਾਡੀ ਸੋਚ ਇਹੋ ਜਿਹੀ ਬਣੀ ਹੈ ਕਿ ਅਸੀਂ ਸੋਚ ਦੇ ਧਾਰਨੀ ਹੋਏ ਹਾਂ। ਇਹ ਸਾਨੂੰ ਅੰਦਰ ਪਰਖਣ ਦੀ ਲੋੜ ਹੈ। ਤਾਂ ਹੀ ਪਰਖਾਂਗੇ ਜੇ ਵਿਵੇਕ ਬੁੱਧੀ ਸਾਡੇ ਕੋਲ ਹੋਏਗੀ ਤਾਂ। ਇਹ ਪਰਖ ਵੀ ਵਿਵੇਕ ਬੁੱਧੀ ਕਰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਨਹੀਂ ਪਰਖਦੇ ਤਾਂ ਸਮਝ ਲੈਣਾ ਕਿ ਸਾਡੇ ਕੋਲ ਵਿਵੇਕ ਬੁੱਧੀ ਦਾ ਕੋਈ ਕਿਣਕਾ ਹੀ ਨਹੀਂ ਹੈ, ਵਿਵੇਕ ਹੈ ਹੀ ਨਹੀਂ ਹੈ। ਜਿਹੜੇ ਵਿਵੇਕ ਦਾ ਜ਼ਿਕਰ ਅਰਦਾਸ ਵਿੱਚ ਗੁਰੂ ਸਾਹਿਬ ਪੰਥ ਨੇ ਬਣਾਉਣ ਲੱਗਿਆ ਕੀਤਾ ਹੈ, ਤਾਂ ਜਿਹੜੇ ਵਿਵੇਕ ਦਾ ਜ਼ਿਕਰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕੀਤਾ ਹੈ, ਉਹ ਸਾਡੇ ਕੋਲ ਹੈ ਹੀ ਨਹੀਂ। ਅਸੀਂ ਤਾਂ ਜਦੋਂ ਜਿਵੇਂ ਜੇ ਅਸੀਂ ਪਾਠ ਕੀਤਾ ਵੀ ਹੈ, ਇੱਕ ਬੜਾ ਪਿਆਰਾ ਸ਼ਬਦ ਗੁਰੂ ਜੀ ਦਾ ਸੋਠ ਰਾਗ ਵਿੱਚ ਆਉਂਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ, ਜਿਹ ਚੋਂ ਕਹਿੰਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਵਿਹੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟ ਗਿਓ, ਅਦਕ ਅਹੰਗ ਬੁੱਧ ਪਿਆਰ ਬਾਂਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਹੋ ਨਹੀਂ ਵਿਵੇਕ ਬੁੱਧ ਮਿਲਦੀ। ਕੇਵਲ ਪਾਠ ਕਰ ਲਿਆ, ਵਿਚਾਰ ਕਰ ਲਈ, ਅਰਥ ਬੋਧ ਪੜ੍ਹ ਲਿਆ, ਸਮਾਧੀਆਂ ਲਾ ਲਈਆਂ, ਇਹ ਤਾਂ ਸਗੋਂ ਹੰਕਾਰ ਨੂੰ ਹੋਰ ਜਨਮ ਦੇ ਗਏ। ਇਹਦੇ ਜੇ ਇਹਨਾਂ ਵਿੱਚੋਂ ਸਾਨੂੰ ਨਿਮਰਤਾ ਪੈਦਾ ਨਹੀਂ ਹੋਈ, ਪਾਠ ਪੜ੍ਹ ਕੇ ਪਾਠ ਤੇ ਅਮਲ ਨਹੀਂ ਕੀਤਾ, ਜੇ ਸ਼ਬਦ ਅਰਥ ਦੇ ਭਾਵ ਜਾਣ ਕੇ, ਵਿਚਾਰ ਜਾਣ ਕੇ ਜ਼ਿੰਦਗੀ 'ਚ ਲਾਗੂ ਨਹੀਂ ਕੀਤੀ, ਸਮਾਧੀਆਂ ਲਾਉਣ ਦਾ ਕੀ ਲਾਭ ਹੈ? ਪੰਜ ਜਣਾ ਸੋ ਸੰਗ ਨਾ ਛੁਟ ਗਿਓ, ਅਦਿਕ ਅਹੰਗ ਬੁੱਧ ਬਾਧੇ, ਹੋਰ ਹੰਕਾਰੀ ਹੋ ਗਿਆ, ਹੋਰ ਮਹਾਨੀ ਹੋ ਗਿਆ। ਅਸੀਂ ਤਾਂ ਕਹਿੰਦੇ ਅਸੀਂ ਪਾਠ ਕਰਦੇ ਹਾਂ ਜੀ, ਅਸੀਂ ਕਥਾ ਕਰਦੇ ਹਾਂ, ਸਾਨੂੰ ਗਿਆਨ ਆਉਂਦਾ ਹੈ, ਅਸੀਂ ਤੇਰੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਹਾਂ, ਸਾਨੂੰ ਅਸੀਂ ਸਮਝੀ ਬੈਠੇ ਹਾਂ ਕਿ ਮੇਰੀ ਅਕਲ ਚੰਗੀ ਹੈ, ਮੈਂ ਸਿਆਣਾ ਹਾਂ,
जब तक ये चीज़ां साडे अंदर हन उदों तक विवेक नहीं आ सकदा। जिस दिन सानू ये समझ पै गई कि मैं शरीर नहीं, मैं शरीर विच रहण वाला हाँ, शरीर मेरा नहीं, जिस दिन ये समझ पै गई कि मैं वाहिगुरू नूं याद करके ही जिउंदा हाँ, ये विवेक है। जिस दिन ये समझ आ गई भी बिना वाहिगुरू दी याद तो मेरी जिंदगी जीरो है, ये विवेक है। ये गल समझ आ जाएगी। उस दिन समझ पै जाएगी कि ये शरीर जिसनों असी कहने आ जी ये नाशवाना फलाना, फिर ये समझ आ जाएगी ये तो मेरे मालिक ने दिता है, ये रब दा बनाया है, ये उस वाहिगुरू ने दिता है सिर्फ मैनू अपने नाल जोड़न दे लई। तो हजूर ने गुरबाणी दे विच बहुत सारे प्रमाण दिते हैं। साडा भरम की है, पर असी दुनिया विच फस गए। असल विच साडी अंदर दी बुद्धि ने ये कह लईए विवेक की पहचान नहीं की। जब तक विवेक की पहचान नहीं होंदी उदों तक गल बननी नहीं। जब तक हंकार है उदों तक निरंकार नहीं, जब तक जो निरंकार आ जाए उदों हंकार नहीं होता। विवेक बुद्धि ने यही गल सानू समझाउणी है। जब हम होते तब तू नाही, अब तू ही मैं नाही, अनल अगम जैसे लहर में उदद, जल केवल जल माही। भगत रविदास जी गल कहते हैं। ये सानू समझाउणी किहने है? विवेक बुद्धि ने। फिर अगे कहते साडा भरम की है, भुलेखा की है, क्यों नहीं विवेक बुद्ध बनती? माधवे क्या कहिए भ्रम ऐसा, जैसा मानिए होए ना तैसा। असल च हुंदा की है भी जो असी सच समझ बैठे आ वो है नहीं। सानू सच की पछाण नहीं, झूठ की पछाण नहीं। असी सच नूं झूठ, झूठ नूं सच, जे जिउंदे नूं मरिया, मरे नूं जाग जिउंदा, सुत्ते नूं जागदा, जागदे नूं सुत्ता कहने। असलीयत विच वो जो ना होवे, जो असी उहनूं मन बैठीए, फिर उदाहरणां दित्तियां भगत रविदास जी ने इस शब्द दे विच। कहंदे समुंदर चों लहर उठी है तो भी पानी, असी लहर नूं फड़ लईए ते लहर नूं फड़ के कही जाइए तू सदा कायम रहने वाली है, सदा कायम रहने वाली है। कहंदे ने ये विवेक बुद्ध नहीं, ये विवेक बुद्धि नहीं है। विवेक बुद्धि ये है कि जिसनूं असी समझ हो जाए कि लहर कुछ समय ਲਈ है, अखीर ये रहना पानी है। जिन्हों ये गल समझ आ गई ये तो पानी है। ਅਸੀਂ ਲਹਿਰਾਂ ਫੜ ਕੇ ਜੇ ਸੰਸਾਰ ਦੇ ਵਿੱਚ ਬਣੇ ਹੋਏ ਸੰਸਾਰ ਦੀਆਂ ਲਹਿਰਾਂ ਦੇ ਵਿੱਚ ਜਦੋਂ ਮਸਤ ਹੋ ਜਾਂਦੇ ਆ, ਅਸੀਂ ਉਹਨੂੰ ਫੜ ਕੇ ਕਹਿ ਦਿੰਦੇ ਆ ਵੀ ਸਭ ਕੁਝ ਇਹੋ ਹੀ ਹੈ, ਸਾਡੇ ਤਾਂ ਮਾਂ-ਬਾਪ ਵੀ ਇਹੋ ਜੀ, ਦੂਜੇ ਤੋਂ ਬਿਨਾਂ ਗੁਜ਼ਾਰਾ ਕਿੱਥੇ ਆ ਜੀ। ਬੜੀਆਂ ਉਦਾਹਰਨਾਂ ਦਿੱਤੀਆਂ ਗੁਰਬਾਣੀ ਵਿੱਚ ਵੀ ਆਈਆਂ, ਸੂਰਜ ਪ੍ਰਕਾਸ਼ ਵਿੱਚ ਵੀ ਉਦਾਹਰਨਾਂ ਆਈਆਂ। ਗੁਰਬਾਣੀ ਫਿਰ ਉਦਾਹਰਨ ਦਿੰਦੀ ਹੈ। ਰਾਤ ਨੂੰ ਅਸੀਂ ਤੁਰਦੇ ਜਾ ਰਹੇ ਆ, ਤੁਰਦੇ ਜਾਂਦੇ ਆ, ਰਸਤੇ 'ਚ ਇੱਕ ਰੱਸੀ ਪਈ ਹੈ, ਹਨੇਰਾ ਸੀ, ਭੁਲੇਖਾ ਲੱਗ ਗਿਆ, ਅਸੀਂ ਉਹਨੂੰ ਸੱਚ ਸਮਝ ਲਈਏ। ਇਹ ਸਮਝ ਲਓ ਇਹ ਸਾਡੇ ਅੰਦਰ ਦੀ ਬੁੱਧੀ ਜਿਹੜੀ ਹੈ ਉਹਨੂੰ ਅਜੇ ਸਮਝ ਨਹੀਂ ਆਈ, ਭੁਲੇਖਾ ਲੱਗ ਗਿਆ। ਜਦੋਂ ਸਾਡੇ ਵਿਵੇਕ ਕਿਉਂ ਨਹੀਂ ਅਸਲੀਅਤ ਦੀ ਪਛਾਣ ਹੁੰਦੀ, ਸੱਪ ਨੂੰ ਰੱਸੀ ਨੂੰ ਸੱਪ ਕਿਉਂ ਸਮਝਿਆ ਜਾਂਦਾ ਹੈ ਕਿ ਹਨੇਰਾ ਹੋ ਗਿਆ? ਜਦ ਤੱਕ ਸਾਡੇ ਆਸ-ਪਾਸ ਅਗਿਆਨਤਾ ਦਾ ਹਨੇਰਾ ਛਾਇਆ ਰਹੇਗਾ, ਅਗਿਆਨਤਾ ਫੈਲੀ ਰਹੇਗੀ, ਜਦ ਤੱਕ ਅਗਿਆਨਤਾ ਚੱਲਦੀ ਰਹੇਗੀ, ਉਨੀ ਦੇਰ ਤੱਕ ਅਸੀਂ ਰੱਸੀ ਨੂੰ ਹੀ ਸੱਪ ਸਮਝੀ ਬੈਠਾਂਗੇ। ਅੰਦਰ ਚਾਨਣ ਹੋਵੇ ਤਾਂ ਫਿਰ ਰੱਸੀ ਨੂੰ ਸੱਪ ਦੇਖ ਕੇ ਕੋਈ ਡਰਦਾ ਨਹੀਂ। ਰੱਸੀ ਨੂੰ ਸੱਪ ਜਾਣ ਕੇ ਕੋਈ ਡਰਦਾ ਨਹੀਂ, ਰੱਸੀ ਨੂੰ ਰੱਸੀ ਸਮਝਦਾ, ਸੱਪ ਨੂੰ ਸੱਪ ਸਮਝਦਾ ਹੈ। ਹਨੇਰੇ ਨੂੰ ਵਿੱਚ ਰੱਸੀ ਨੂੰ ਸੱਪ ਜਾਣ ਲੈਣਾ ਇਹ ਵਿਵੇਕ ਬੁੱਧੀ ਨਹੀਂ ਹੈ। ਸੁਪਨੇ ਦੇ ਵਿੱਚ ਰਾਜਾ ਭਿਖਾਰੀ ਬਣ ਜਾਏ ਤੇ ਉੱਠ ਕੇ ਕਹੀ ਜਾਏ ਮੈਂ ਭਿਖਾਰੀ ਬਣ ਗਿਆ, ਮੈਂ ਭਿਖਾਰੀ ਬਣ ਗਿਆ, ਮੈਂ ਭਿਖਾਰੀ ਬਣ ਗਿਆ। ਕੋਈ ਉਹਨੂੰ ਪੁੱਛੇ ਵੀ ਤੂੰ ਤਾਂ ਅਜੇ ਵੀ ਰਾਜਾ ਹੈ, ਰਾਜਗੱਦੀ ਦਾ ਮਾਲਕ ਹੈ, ਉਹ ਕਹੇ ਨਹੀਂ ਰਾਤੀ ਮੈਨੂੰ ਸੁਪਨਾ ਆਇਆ ਸੀ। ਤਾਂ ਸੁਪਨੇ ਦੀ ਦੁਨੀਆ ਤੇ ਭਰੋਸਾ ਕਰਨ ਵਾਲਾ ਬੰਦਾ ਕਦੀ ਵਿਵੇਕ ਬੁੱਧ ਵਾਲਾ ਹੋ ਸਕਦਾ? ਸਾਨੂੰ ਸੁਪਨਾ ਹੀ ਲੈ ਬੈਠਾ ਹੈ। ਅਸੀਂ ਤਾਂ ਹਾਂ ਰਾਮ ਦੀ ਅੰਸ਼, ਅਦੀਆਂ ਦੇ ਪੁੱਤਰ ਮਾਲਕ ਦੇ, ਪਰ ਇੰਨਾ ਕੁ ਹਨੇਰਾ ਸਾਡੇ ਅੰਦਰ ਹੋ ਗਿਆ ਵੀ ਅਸੀਂ ਉਸ ਵਿਵੇਕ ਬੁੱਧੀ ਨੂੰ ਪਛਾਣਦੇ ਹੀ ਨਹੀਂ। ਅਸੀਂ ਤਾਂ ਉਸ ਬਾਦਸ਼ਾਹ ਦੇ ਪੁੱਤਰ ਹੋ ਕੇ ਵੀ ਲੋਕਾਂ ਕੋਲ ਮੰਗਦੇ ਫਿਰਦੇ ਹਾਂ। ਕਿਆ ਕਮਾਲ ਦੀ ਗੱਲ ਹੈ।
ਭਗਤ ਰਵਿਦਾਸ ਜੀ ਨੇ ਜਿਹੜਾ ਸ਼ਬਦ ਲਿਖਿਆ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਦਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ, ਅਸ਼ਤ ਰਾਜ ਵਿਸ਼ਰਤ ਸੁਖ ਪਾਇਆ, ਸੋਗਤ ਪਈ ਹਮਾਰੀ। ਫਿਰ ਅੱਗੇ ਉਦਾਹਰਨ ਦਿੱਤੀ ਉਹਨਾਂ ਨੇ, ਰਾਜ ਭੁਆੰਗ प्रसंग जैसे है, अब कि समरम जनाया, अर्घ कटक जैसे भूल पड़े, अब कहते कह न आया। अगली तुक, सर्व एक अनेके स्वामी, सब काट भुगवे सोई, कह रविदास हाथ पै नेरे, सहजे हुए सो होई। अगली तुक निर्णय कर दिता भगत रविदास जी ने ਸੋਠ ਰਾਗ ਦੇ ਸ਼ਬਦ ਵਿੱਚ। ਬੜੀ ਸੋਹਣੀਆਂ ਉਦਾਹਰਨਾਂ ਸਾਨੂੰ ਗੁਰਬਾਣੀ ਚ ਮਿਲਦੀਆਂ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਇੱਕ ਪਿੰਡ ਦੇ ਵਿੱਚ ਖੂਹ ਸੀ, ਉਸ ਖੂਹ ਦੇ ਅੰਦਰ ਪਾਣੀ ਬੜਾ ਵਧੀਆ ਤੇ ਮਿੱਠਾ ਹੁੰਦਾ ਸੀ। ਪਿੰਡ ਦੇ ਲੋਕਾਂ ਨੇ ਪਾਣੀ ਕੱਢ ਕੇ ਪੀਣਾ ਸ਼ੁਰੂ ਕੀਤਾ, ਪਾਣੀ ਪੀਂਦੇ ਸਨ। ਪਰਮੇਸ਼ਰ ਦੀ ਕਰਨੀ ਇਸ ਤਰ੍ਹਾਂ ਦੀ ਸੀ ਵੀ ਇੱਕ ਦਿਨ ਪਾਣੀ ਨਿਕਲਿਆ, ਜਿਨ੍ਹਾਂ ਪੀਤਾ ਉਹ ਪਾਣੀ ਪੀ ਕੇ ਬਿਮਾਰ ਹੋ ਗਏ। ਜਦੋਂ ਕਿਸੇ ਨੇ ਪਾਣੀ ਪੀਤਾ ਤੇ ਕਿਸੇ ਸਿਆਣੇ ਬੰਦੇ ਨੇ ਕਹਿਤਾ ਵੀ ਇਹੋ ਜਾਪਦਾ ਹੈ ਕਿ ਜਿਹੜੇ ਵੀ ਇਸ ਖੂਹ ਦਾ ਪਾਣੀ ਪੀਂਦੇ ਹਨ ਉਹ ਪਾਣੀ ਪੀ ਕੇ ਬਿਮਾਰ ਹੋ ਗਏ, ਠੀਕ ਨਹੀਂ, ਪਾਣੀ ਠੀਕ ਨਹੀਂ ਹੈ, ਤਾਂ ਪਾਣੀ ਨੂੰ ਖੂਹ ਤੋਂ ਬਾਹਰ ਕੱਢੀਏ। ਲੋਕਾਂ ਨੇ ਦਿਨ ਰਾਤ ਕਰਕੇ ਖੂਹ ਚੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਪਾਣੀ ਫਿਰ ਭਰ ਗਿਆ। ਖੂਹ ਦਾ ਤੇ ਆਪ ਜੀ ਨੂੰ ਪਤਾ ਹੋਵੇ, ਖੂਹ ਦਾ ਬਣਿਆ ਹੀ ਇਸ ਤਰ੍ਹਾਂ ਦਾ ਹੁੰਦਾ। ਪਾਣੀ ਕੱਢੀ ਗਏ, ਪਾਣੀ ਭਰੀ ਗਏ, ਪਰ ਪਾਣੀ ਦੇ ਵਿੱਚੋਂ ਬਦਬੂ ਜਿਹੜੀ ਉਹ ਫਿਰ ਆਈ ਜਾਵੇ। ਕਹਿ ਲੱਗੇ ਪਾਣੀ ਕੱਢਿਆ, ਪਾਣੀ ਬਦਲਿਆ, ਪਰ ਬਦਬੂ ਕਿਉਂ ਨਹੀਂ ਗਈ। ਇੱਕ ਸਿਆਣਾ ਸੱਜਣ ਆਇਆ, ਉਹਨੇ ਖੂਹ ਵਿੱਚ ਝਾਤੀ ਮਾਰ ਕੇ ਦੇਖੀ, ਥੱਲੇ ਦੇਖਿਆ ਪਾਣੀ ਨਿਕਲਿਆ ਤੇ ਇੱਕ ਮਰੀ ਹੋਈ ਬਿੱਲੀ ਦਾ ਪਿੰਜਰ ਪਿਆ। ਕਹਿਣ ਲੱਗਾ ਉਹ ਲੋਕੋ, ਜਿੰਨਾ ਮਰਜ਼ੀ ਪਾਣੀ ਬਾਹਰ ਕੱਢੀ ਜਾਓ, ਜਿੰਨਾ ਮਰਜ਼ੀ, ਇਹ ਪਾਣੀ ਪਵਿੱਤਰ ਨਹੀਂ ਹੋਣਾ, ਪਾਣੀ ਦੀ ਬਦਬੂ ਨਹੀਂ ਜਾਣੀ। ਜਦ ਤੱਕ ਮਰੀ ਹੋਈ ਬਿੱਲੀ ਕੱਢ ਕੇ ਬਾਹਰ ਨਹੀਂ ਸੁੱਟਦੇ, ਉਨੀ ਦੇਰ ਤੱਕ ਇਹ ਪਾਣੀ ਦੀ ਬਦਬੂ ਨਹੀਂ ਜਾਣੀ। ਤੇ ਗੁਰੂ ਪਾਤਸ਼ਾਹ ਨੇ ਇਹੋ ਗੱਲ ਸਮਝਾਈ ਸੀ, ਉਹ ਸਿੱਖੋ, ਪਾਣੀ ਬਾਹਰ ਕੱਢਦੇ ਜਾਓ, ਨਿਰਮਲਤਾਈ ਦੇ ਦਾਅਵੇ ਕਰਦੇ ਜਾਓ, ਪਰ ਸੱਚ ਜਾਣਿਓ ਕਿ ਹਉਮੈ ਦੀ ਬਿੱਲੀ ਜਦ ਤੱਕ ਤੁਹਾਡੇ ਅੰਦਰ ਬੈਠੀ ਹੋਈ ਹੈ, ਉਦੋਂ ਤੱਕ ਇਹਦੀ ਬਦਬੂ ਨਹੀਂ ਜਾਏਗੀ, ਹੋਰ ਵੱਧਦੀ ਜਾਏਗੀ, ਬਦਬੂ ਖਿਲਾਰਦੀ ਜਾਏਗੀ। ਉਨੀ ਦੇਰ ਤੱਕ ਵਿਵੇਕ ਨਹੀਂ ਆਉਣਾ ਜਿੰਨੀ ਦੇਰ ਤੱਕ ਇਹ ਹਉਮੈ ਦੀ ਬਿੱਲੀ ਦੀ ਬਦਬੂ ਕੱਢ ਕੇ ਇਸ ਜੀਵਨ ਦੇ ਖੂਹ ਵਿੱਚੋਂ ਬਾਹਰ ਨਹੀਂ ਸੁੱਟੀ। ਵਿਵੇਕ ਇਹ ਹੈ, ਜਦੋਂ ਇਹ ਸਮਝ ਆ ਗਈ ਕਿ ਹਉਮੈ ਦੀ ਬਿੱਲੀ ਨੂੰ ਕੱਢਣਾ ਹੈ। ਗੁਰੂ ਕੇ ਸਿੱਖ ਜਦੋਂ ਬਾਣੀ ਅਸੀਂ ਪੜ੍ਹਦੇ ਹਾਂ, ਇੱਕ ਨਿਹਾਲ ਸਿੰਘ ਜੀ ਕੇਸਰੀ ਹੋਏ ਹਨ, ਉਹਨਾਂ ਨੇ ਪਾਠ ਦੇ ਸੰਬੰਧੀ ਕਵਿਤ ਲਿਖਿਆ ਹੈ ਕਿ ਉਹ ਪਾਠ ਸ਼ੁਰੂ ਕਰਦੇ, ਕਹਿੰਦੇ ਜਦੋਂ ਦਿਨ ਚੜ੍ਹਦਾ ਸਭ ਤੋਂ ਵੱਧ ਜਿਹੜੇ ਝੂਰਦੇ ਹਨ ਉਹ ਦੋ ਚੀਜ਼ਾਂ ਹਨ। ਨਿਹਾਲ ਸਿੰਘ ਜੀ ਕੇਸਰੀ ਨੇ ਉਹ 'ਚ ਲਿਖਿਆ ਕਵਿਤ ਦੇ ਵਿੱਚ ਵੀ ਸਭ ਤੋਂ ਵੱਧ ਜਿਹੜੇ ਝੂਰਦੇ ਨੇ ਦੋ ਚੀਜ਼ਾਂ। ਕਹਿੰਦੇ ਨੇ ਇੱਕ ਚਕੋਰ ਝੂਰਦੀ ਹੈ, ਦੂਜਾ ਚੋਰ ਝੂਰਦਾ ਹੈ। ਚਕੋਰ ਇਸ ਕਰਕੇ ਝੂਰਦੀ ਹੈ ਕਿ ਚੰਦਰਮਾ ਚਲਾ ਗਿਆ, ਹੁਣ ਪ੍ਰੀਤ ਕਿਸ ਨੂੰ ਕਰਨੀ ਹੈ। ਚੋਰ ਇਸ ਕਰਕੇ ਝੂਰਦਾ ਹੈ ਕਿ ਸਾਰੀ ਰਾਤ ਤੁਰਦਾ ਰਿਹਾ, ਜੇ ਪੱਲੇ ਕੁਝ ਵੀ ਨਹੀਂ ਪਿਆ ਤੇ ਦਿਨ ਚੜ ਗਿਆ। ਚਕੋਰ ਤੇ ਚੋਰ ਦੋਨੇ ਝੂਰਦੇ ਨੇ। ਕਵੀ ਨਿਹਾਲ ਸਿੰਘ ਲਿਖਦਾ, ਜੇ ਕਿਤੇ ਰਾਤ ਦਾ ਚੰਦਰਮਾ ਆ ਜਾਏ ਉਸ ਦੇ ਕਮਲ ਦੇ ਫੁੱਲ ਝੂਰਦੇ ਹਨ। ਕਹਿਣ ਲੱਗੇ ਸੂਰਜ ਚੜੇ ਚੋਰ ਤੇ ਚਕੋਰ ਝੂਰਦੀ ਹੈ, ਚੰਦਰਮਾ ਚੜੇ ਤੁਰਨ ਵਾਲੇ ਤੇ ਕਮਲ ਦੇ ਫੁੱਲ ਝੂਰਦੇ ਨੇ। ਉਹ ਸੂਰਜ ਦੀ, ਕਿਉਂਕਿ ਉਹਨਾਂ ਦਾ ਜ਼ਿੰਦਗੀ ਸੂਰਜ ਦੀ ਰੋਸ਼ਨੀ ਨਾਲ ਹੈ। ਬਹਾਦਰ ਜਦੋਂ ਕਿਤੇ ਚੜ੍ਹਦੇ ਹਨ ਤਾਂ ਉਸ ਵੇਲੇ ਦੁਸ਼ਮਣਾਂ ਦਾ ਹਿਰਦਾ ਕਹਿੰਦੇ ਧੱਕ ਧੱਕ ਕੰਬਦਾ ਹੈ। ਕਵੀ ਨਿਹਾਲ ਸਿੰਘ ਕੇਸਰੀ ਲਿਖਦੇ ਨੇ, ਕਹਿੰਦੇ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਪਾਠ ਕਰਦਾ ਤਾਂ ਉਹਦੇ ਮੌਤ ਅੰਦਰੋਂ ਹਿੱਲਣ ਲੱਗ ਪੈਂਦਾ ਹੈ। ਜਿੱਥੇ ਸ਼ੁੱਧ ਪਾਠ ਹੋਵੇ ਉੱਥੇ ਮੌਤ ਆ ਕੇ ਨਮਸਕਾਰ ਕਰਦੀ ਝੁਕ ਜਾਂਦੀ ਹੈ। ਜਦੋਂ ਗੁਰਸਿੱਖ ਪਾਠ ਕਰਦੇ ਹਨ ਉਸ ਵੇਲੇ ਮੌਤ ਦਾ ਮੂੰਹ ਕਾਲਾ ਹੋ ਜਾਂਦਾ, ਭਾਵ ਮੌਤ ਡਰ ਜਾਂਦੀ ਹੈ। ਉਸ ਵੇਲੇ ਉਹ ਮੌਤ ਜਿਹੜੀ ਉਹਨੂੰ ਡਰਾਉਂਦੀ ਨਹੀਂ। ਜੇ ਵਿਵੇਕ ਬੁੱਧ ਲੈਣੀ ਹੈ ਕਵੀ ਨਿਹਾਲ ਸਿੰਘ ਦੇ, ਤਾਂ ਪਾਠ ਕਰਿਆ ਕਰ, ਉਹਦੀ ਯਾਦ ਵਿੱਚ ਜੁੜਿਆ ਕਰ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ
ਕਿ ਪਾਠ ਕਰਨ ਦਾ ਫਾਇਦਾ ਕੀ ਹੈ। ਫਿਰ ਜੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਭਗਤ ਕਬੀਰ ਜੀ ਦੇ ਬੋਲਾਂ ਨੂੰ ਪੜ੍ਹ ਕੇ ਦੇਖੀਏ, ਕਬੀਰ ਸਾਹਿਬ ਜੀ ਦੇ ਵਿਵੇਕ ਨੂੰ ਕਦੀ ਪੜ੍ਹ ਕੇ ਦੇਖੀਏ, ਉਹਨਾਂ ਦੇ ਕਮਾਲ ਦੇ ਬੋਲ ਕਹਿ ਦਿੱਤੇ। ਕਹਿੰਦੇ ਤੂੰ ਵੇਦ ਲੈ ਕੇ ਆ ਤੇ ਮੈਂ ਇਕੱਲਾ ਹੁੰਦਾ, ਅਸੀਂ ਦੋਨੋਂ ਰਲ ਕੇ ਅੱਜ ਗਿਆਨ ਦੀ ਗੱਲ ਕਰੀਏ, ਤੇਰੇ ਗਿਆਨ ਦਾ ਪੱਧਰ ਕੀ ਹੈ ਤੇ ਮੇਰਾ ਕੀ ਆ, ਵਿਚਾਰ ਕਰੀਏ। ਉਹਨਾਂ ਦਾ ਸ਼ਬਦ ਸ਼ੁਰੂ ਹੁੰਦਾ ਆਸਾ ਰਾਗ ਵਿੱਚ, ਤੇ ਕਹਿੰਦੇ ਨੇ ਕੋਈ ਬਾਹਮਣ, ਜਿਹੜਾ ਸ਼ਬਦ ਦੀ ਵਿਚਾਰ ਆਪਾਂ ਪਿਛਲੇ ਦੋ ਹਫ਼ਤੇ ਪਹਿਲਾਂ ਕਲਾਸ ਦੇ ਵਿੱਚ ਕੀਤੀ ਸੀ, ਕਹਿੰਦੇ ਤੇਰੇ ਪਾਇਆ ਗਲੇ 'ਚ ਧਾਗਾ ਤੇ ਉਹ ਤੇਰਾ ਹਮ ਕਰ ਸੂਤਨੇ ਨਿਤ ਤਾਣਾ ਕੰਠ ਜਨੇਊ ਹਮਾਰੇ, तुम तो वेद पढ़ो गायत्री गोविंद हृदय हमारे। ਉਹ ਸ਼ਬਦ ਸਾਰੇ ਚ ਪੱਕੇ ਨਿਚੋੜ ਕੱਢਿਆ ਸੀ ਵੀ ਵਿਵੇਕ ਦਾ ਸੰਬੰਧ ਬਾਹਰ ਦੇ ਸਰੂਪ ਨਾਲ ਨਹੀਂ ਹੈ, ਵਿਵੇਕ ਦਾ ਸੰਬੰਧ ਅੰਦਰ ਤੋਂ ਚਾਨਣ ਹੋਣ ਨਾਲ ਹੈ। ਵਿਵੇਕ ਦਾ ਸੰਬੰਧ ਅੰਦਰਲਾ ਹੈ, ਵਿਵੇਕ ਦਾ ਸੰਬੰਧ ਬਾਹਰਲਾ ਨਹੀਂ ਹੈ, ਵਿਵੇਕ ਦਾ ਸੰਬੰਧ ਅੰਦਰ ਨਾਲ ਹੈ। ਜਦ ਤੱਕ ਜਦੋਂ ਵਿਵੇਕ ਦੀ ਗੱਲ ਅਸੀਂ ਗੁਰਬਾਣੀ ਦੇ ਅੰਦਰ ਕਰਦੇ ਹਾਂ, ਜਿਹਨਾਂ ਅੰਦਰ ਵਿਵੇਕ ਆ ਗਿਆ, ਉਹਨਾਂ ਨੇ ਫਿਰ ਭਗਤ ਕਬੀਰ ਜੀ ਵਾਂਗੂ ਬੋਲ ਕੇ ਗੱਲ ਕਹੀ, ਦੇਖੋ ਭਾਈ ਗਿਆਨ ਕੀ ਆਈ ਅਵਨੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਉਹ ਗੱਲ ਕਹਿੰਦੇ ਨੇ ਪੁਕਾਰ ਕੇ, ਦੋ ਚਿੱਤੇ ਕੀ ਦੋਏ ਧੂਨ ਮਿਲ ਗਿਰਾਨੀ, ਮੂੰਹ ਬਲੇਡਾ ਟੂਟਾ ਤ੍ਰਿਸ਼ਨਾ ਛਾੜ ਭਰੀ ਤਾਰ ਉੱਪਰ ਦੁਰਮਤ ਭਾਂਡਾ ਫੂਟਾ, ਆਂਦੀ ਪਾਛੇ ਜੋ ਜਲ ਬਰਖੇ ਤੇ ਤੇਰਾ ਜਨ ਪੀਣਾ। ਆਂਦੀ ਪਾਛੇ ਜੋ ਜਲ, ਇਹ ਹੈ ਵਿਵੇਕ। ਗਿਆਨ ਦੀ ਹਨੇਰੀ ਨਾਲ ਅੰਦਰ ਭਿੱਜ ਗਿਆ। ਜਦ ਤੱਕ ਵਿਵੇਕ ਬੁੱਧੀ ਹਾਸਲ ਕਰਨ ਦੇ ਲਈ ਕੀਰਤੀ ਦਾ ਅੰਦਰੋਂ ਨਹੀਂ ਭਿੱਜਦਾ, ਉਦੋਂ ਤੱਕ ਨਹੀਂ ਆਉਂਦੀ। ਇਹ ਦਾਤ ਮਿਲੇਗੀ ਵਿਵੇਕ ਬੁੱਧੀ ਦੀ ਜਿਹੜੀ ਮੰਗ ਕੀਤੀ ਹੈ ਅਸੀਂ ਅਰਦਾਸ ਦੇ ਵਿੱਚ, ਜਿਹੜੀ ਅਸੀਂ ਮੰਗ ਕਰਦੇ ਹਾਂ ਵਿਵੇਕ ਦੀ ਮੱਤ ਲੈਣ ਦੀ, ਵਿਵੇਕ ਦਾਨ ਦੀ, ਜਦੋਂ ਗੁਰੂ ਚਰਨਾਂ 'ਚ ਖੜੇ ਹੋ ਕੇ ਅਸੀਂ ਮੰਗ ਕਰਦੇ ਹਾਂ, ਇਹ ਵਿਵੇਕ ਮੱਤ ਹੈ ਸਿੱਖੀ ਕਮਾਉਂਦਿਆਂ ਬਿਰਤੀ ਹੰਸ ਵਾਲੀ ਬਣ ਜਾਏ। ਰਹਿਤ ਦਾ ਵੀ ਵਿਵੇਕ ਹੈ। ਅਸਲ ਵਿੱਚ ਵਿਵੇਕ ਦਾਨ ਇਹ ਹੈ ਕਿ ਜਿਉਂਦੇ ਜੀ ਸਿੱਖ ਸਰੀਰ ਵਿੱਚ ਰਹਿੰਦਿਆਂ ਸਰੀਰ ਅਸਰੀਰੀ ਹੋ ਜਾਏ, ਭਾਵ ਸਰੀਰ ਦੇ ਮੋਹ ਤੋਂ ਉੱਪਰ ਉੱਠ ਜਾਏ। ਇਹ ਵਿਵੇਕ ਹੈ। ਹੰਸ ਦੀ ਤਰ੍ਹਾਂ ਦੁੱਧ ਤੇ ਪਾਣੀ ਨੂੰ ਜੋ ਕਿਹਾ ਜਾਂਦਾ ਹੈ ਉਹਨੂੰ ਨਿਖੇੜ ਕਰ ਲਵੇ, ਪਰਮ ਹੰਸ ਬਣ ਜਾਏ। ਆਤਮਾ ਨੂੰ ਤੇ ਸਰੀਰ ਨੂੰ ਵੱਖ-ਵੱਖ ਦੇਖ ਕੇ ਉਹਦੀ ਹੋਂਦ ਨੂੰ ਸਮਝ ਸਕੇ। ਜਦੋਂ ਅਸੀਂ ਇਸ ਬਿਰਤੀ ਦੇ ਨਾਲ ਪਾਠ ਕਰਾਂਗੇ, ਕੀਰਤਨ ਕਰਾਂਗੇ, ਬੰਦਗੀ ਕਰਾਂਗੇ, ਉਹ ਕਥਾ ਵਿਚਾਰ ਕਰਾਂਗੇ, ਕਥਾ ਵਿਚਾਰ ਸੁਣਾਂਗੇ, ਤਾਂ ਉਦੋਂ ਸਾਨੂੰ ਵਿਵੇਕ ਦਾ ਦਾਨ, ਵਿਵੇਕ ਬੁੱਧੀ ਦਾ ਦਾਨ ਮਿਲੇਗਾ। ਉਹਨੂੰ ਅਸੀਂ ਵਿਵੇਕ ਦਾਨ ਲੈ ਸਕਾਂਗੇ। ਪਰ ਵੇਖ ਵਿਦਿਆ ਪੜ੍ਹ, ਇਹ ਨਾ ਸਮਝੋ ਵੀ ਅਸੀਂ ਬਾਹਰੋਂ ਪੜ੍ਹਨਾ ਨਹੀਂ, ਗਿਆਨ ਨਹੀਂ ਹਾਸਲ ਕਰਨਾ। ਬਾਹਰਲਾ ਗਿਆਨ ਜ਼ਰੂਰੀ ਹੈ, ਇਹ ਨਾ ਅਸੀਂ ਸਮਝ ਬੈਠੀਏ ਕਿ ਅਸੀਂ ਬਾਹਰੋਂ ਪੜ੍ਹਨਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਤੋਂ ਬਿਨਾਂ ਪਰ ਸਮਝ ਨਹੀਂ ਪੈਣੀ ਸਿੱਖੀ ਦੀ, ਵਿਵੇਕ ਦੀ ਵੀ ਸਮਝ ਨਹੀਂ ਆਉਣੀ। ਅਸੀਂ ਵਿਵੇਕ ਨੂੰ ਇੱਕ ਪਖੰਡ ਨਾ ਸਮਝੀਏ, ਵਿਵੇਕ ਨੂੰ ਅਸੀਂ ਪਖੰਡ ਨਾ ਬਣਾ ਲਈਏ। ਵਿਵੇਕ ਤਾਂ ਇੱਕ ਐਸੀ ਚੀਜ਼ ਹੈ ਜਿਹਦੇ ਜੀਵਨ ਦੇ ਵਿੱਚ ਜਦ ਤੱਕ ਨਹੀਂ ਆਉਂਦਾ ਉਦੋਂ ਤੱਕ ਮਨੁੱਖਾ ਜੀਵਨ ਤੋਂ ਨੂੰ ਵਿਅਰਥ ਹੀ ਗਵਾਈ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਨੇ ਜਦੋਂ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੁੜਨ ਦੀ, ਵਿਵੇਕ ਲੈਣ ਦੀ, ਤਾਂ ਉਹਨਾਂ ਨੇ ਕਿਹਾ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਗਾਈਏ ਵਿਵੇਕ ਲੈਣ ਦੇ ਲਈ। ਕਿੰਨਾ ਚੰਗਾ ਜਦੋਂ ਅਸੀਂ ਗੁਰੂ ਨੂੰ ਅੱਗੇ ਅਰਦਾਸ ਕਰੀਏ, ਕਿਹੜੀ ਸਾਮਤ ਦੇਹ ਦਿਆਲ ਪ੍ਰਭ ਜੇ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਤ। ਇਹ ਹੈ ਵਿਵੇਕ ਬੁੱਧੀ ਦਾ ਦਾਨ ਮੰਗਣਾ। ਜਦੋਂ ਅਰਦਾਸ ਕਰੀਏ ਗੁਰੂ ਦੇ ਅੱਗੇ ਖੜੇ ਹੋ ਕੇ, ਮਾਲਕ ਜੀ ਇਹ ਮੱਤ ਦਿਓ, ਇਹ ਦਿਓ। ਹੁਣ ਜਿਹਨਾਂ ਕੋਲ ਵਿਵੇਕ ਆ ਗਿਆ, ਉਹਨਾਂ ਗਿਆਨ ਤੋਂ ਉੱਪਰ ਉੱਠ ਕੇ ਉਦੋਂ ਉੱਚੀਆਂ ਗੱਲਾਂ ਕੀਤੀਆਂ, ਜੀਵਨ ਨੂੰ ਕਮਾਇਆ। ਉਹ ਮੱਤ, ਉਹ ਬੁੱਧੀ, ਉਹ ਵਿਵੇਕ ਜਿਹਦੇ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਸਾਨੂੰ ਉਹ ਮੱਤ, ਉਹ ਵਿਵੇਕ ਬੁੱਧੀ ਦੇ ਜਿਹਦੇ ਨਾਲ ਅਸੀਂ ਤੇਰੇ ਅੰਦਰ ਜੁੜ ਸਕੀਏ, ਤੇਰੇ ਨਾਲ ਜੁੜ ਜਾਈਏ। ਇਹਨੂੰ ਵਿਵੇਕ ਦਾਨ ਹੈ, ਜਿਹਦੇ ਨਾਲ ਅਸੀਂ ਕਰਨੀ ਨੂੰ, ਤੇਰੇ ਦਿੱਤੇ ਹੋਏ ਬਚਨਾਂ ਨੂੰ ਸਮਝ ਸਕੀਏ, ਜਿਸ ਨਾਲ ਅਸੀਂ ਕਰਨੀ ਤੇ ਕਥਨੀ 'ਚ ਇੱਕੋ ਜਿਹੇ ਹੋ ਜਾਈਏ। ਇਸ ਲਈ
हे मेरे मालिक जीओ, ਅਸੀਂ ਤੇਰੇ ਦਰ ਤੋਂ ਖੜੇ ਹੋ ਕੇ ਵਿਵੇਕ ਦਾਨ ਮੰਗਦੇ ਹਾਂ, ਵਿਵੇਕ ਨਾਲ ਸਾਡੀ ਝੋਲੀ ਭਰ। ਤੇ ਦੇਖੋ, ਅਸੀਂ ਕੇਸਾਂ ਤੋਂ ਸ਼ੁਰੂ ਕੀਤਾ, ਮਹਾਰਾਜ ਕੇਸ ਦਈ, ਕਿਰਪਾ ਕਰਕੇ ਕੇਸਾਂ ਨਾਲ ਸਾਨੂੰ ਰਹਿਤ ਦੇਈ, ਅੰਮ੍ਰਿਤ ਦੀ ਦਾਤ ਵੀ ਦੇਈ। ਜਦੋਂ ਰਹਿ ਦੇ ਦੇਵੇਂ ਫਿਰ ਹੰਕਾਰ ਨਾ ਹੋਵੇ, ਤੇ ਫਿਰ ਸਾਨੂੰ ਵਿਵੇਕ ਦਾਨ ਦੇਈ। ਕਿਤੇ ਇਹ ਨਾ ਸਮਝ ਬੈਠੀਏ ਕਿ ਅਸੀਂ ਦੁਨੀਆ ਤੋਂ ਉੱਚੇ ਹੋ ਗਏ, ਅੰਮ੍ਰਿਤ ਤੱਕ ਕੇ ਰਹਿਤਵਾਰ ਰੱਖ ਬਣ ਕੇ ਸਾਡੀ ਰਹਿਤ ਬੜੀ ਉੱਚੀ ਹੈ, ਅਸੀਂ ਤਾਂ ਸਵੇਰੇ ਉੱਠਣ ਵਾਲੇ ਹਾਂ, ਸਾਡੇ ਅੰਦਰ ਸਾਡੇ ਬਰਾਬਰ ਦਾ ਕੌਣ ਹੈ, ਅਸੀਂ ਤਾਂ ਨਿਤਨੇਮੀ ਹੈ, ਦੂਜਾ ਤਾਂ ਕਰਦਾ ਹੀ ਕੁਛ ਨਹੀਂ। ਬਿਲਕੁਲ ਨਹੀਂ। ਫਿਰ ਅਸੀਂ ਮੰਗਦੇ ਹਾਂ ਵਿਵੇਕ ਦਾਨ, ਮਹਾਰਾਜ ਐਸੀ ਸੂਝ ਦੇ ਦੇਈ ਕਿ ਅਸੀਂ ਚੰਗੇ ਤੇ ਮੰਦੇ ਦੀ ਪਛਾਣ ਕਰ ਲਈਏ। ਵਿਵੇਕ ਦੀ ਮੱਤ ਨੂੰ ਤਾਂ ਅਸੀਂ ਕਦੇ ਭੁੱਲ ਗਏ ਹੀ ਨਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਰ-ਬਾਰ ਇਹ ਗੱਲ ਸਮਝਾਈ ਹੈ, ਬਾਰ-ਬਾਰ ਇਹ ਗੱਲ ਸਮਝਾਈ ਹੈ, ਬਾਰ-ਬਾਰ ਇਹ ਗੱਲ ਸਾਨੂੰ ਸਮਝਾਈ ਹੈ ਕਿ ਅਸੀਂ ਇਸ ਵਿਵੇਕ ਦੇ ਮੰਗਣ ਲੱਗਿਆ ਗੁਰੂ ਦੇ ਅੱਗੇ ਤਰਲਾ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਇਹ ਦਾਨ ਦੇ ਦੇ। ਤੇ ਗੁਰਮਤਿ ਦਾ ਮਾਰਗ ਵਿਵੇਕ ਦਾ ਮਾਰਗ ਹੈ। ਵਿਵੇਕ ਇਸ ਮਾਰਗ ਦਾ ਸਿਧਾਂਤਕ ਗਿਆਨ ਹੈ। ਅਮਲ ਜ਼ਿੰਦਗੀ ਨੂੰ ਸਿੱਖੀ ਦਾਨ ਤੇ ਰਹਿਤ ਦਾਨ ਦੀਆਂ, ਅਮਲੀ ਜ਼ਿੰਦਗੀ ਨੂੰ ਅਸੀਂ ਸਿੱਖੀ ਦਾਨ ਤੇ ਰਹਿਤ ਦਾਨ ਦੀਆਂ ਮੰਗਾਂ 'ਚ ਪਹਿਲਾਂ ਮੰਗਿਆ ਸੀ। ਫਿਰ ਅਸੀਂ ਸਿਧਾਂਤਾਂ ਨੂੰ ਸਮਝਣ ਲਈ, ਗੁਰਮਤਿ ਦੀ ਗੱਲ ਨੂੰ ਸਮਝਣ ਲਈ ਗੁਰੂ ਕੋਲੋਂ ਵਿਵੇਕ ਦਾਨ ਮੰਗਦੇ। ਪਹਿਲਾਂ ਰਹਿਤਾਂ ਦੀ ਦ੍ਰਿੜਤਾ ਮੰਗੀ, ਇਸ ਦਾਨ ਦੀ ਦ੍ਰਿੜਤਾ ਮੰਗੀ, ਰਹਿਤ ਦਾਨ ਮੰਗਿਆ, ਰਹਿਤ ਦੀ ਦ੍ਰਿੜਤਾ ਮੰਗੀ। ਹੁਣ ਅਸੀਂ ਵਿਵੇਕ ਦੀ ਦ੍ਰਿੜਤਾ ਮੰਗਦੇ ਹਾਂ ਵੀ ਜਿਹੜੀ ਰਹਿਤ ਅਸੀਂ ਰੱਖੀ ਹੈ, ਸਾਨੂੰ ਅੰਦਰੋਂ ਸਮਝ ਹੋਵੇ ਅਸੀਂ ਰਹਿਤ ਕਿਉਂ ਰੱਖੀ ਹੈ। ਜਿਹੜੀ ਕੇਸ ਅਸੀਂ ਸਾਨੂੰ ਕੇਸ ਨਾ ਕੱਟਣ ਦੀ ਗੱਲ ਗੁਰੂ ਨੇ ਕੀਤੀ, ਕਿਉਂ ਸਾਨੂੰ ਇਹ ਗੱਲ ਦੱਸੀ ਵੀ ਕੇਸ ਨਹੀਂ ਕੱਟਣੇ, ਜਗ ਸਾਬਤ ਸੂਰਤ ਰਹਿਣਾ, ਕਿਉਂ ਸਾਨੂੰ ਇਹ ਗੱਲ ਦੀ ਸਮਝ ਹੋਵੇ। ਸਿੱਖ ਦੀ ਜ਼ਿੰਦਗੀ ਜਿਹੜੀ ਹੈ ਇੱਕ ਵਿਵੇਕੀ ਹੋਣੀ ਚਾਹੀਦੀ ਹੈ। ਹਰ ਸਿੱਖ ਲਈ ਵਾਹਿਗੁਰੂ ਦਾ, ਪਰਮੇਸ਼ਰ ਦਾ ਹੋ ਕੇ ਰਹਿਣਾ ਜ਼ਰੂਰੀ ਹੈ, ਤੇ ਵਾਹਿਗੁਰੂ ਦਾ ਹੋ ਜਾਣਾ ਹੀ ਵਿਵੇਕ ਦੀ ਇੱਕ ਨੀਂਹ ਹੈ, ਬੁਨਿਆਦ ਹੈ। ਵਾਹਿਗੁਰੂ ਦਾ ਹੋ ਜਾਣਾ ਇਹ ਵਿਵੇਕ ਦੀ ਇੱਕ ਨੀਂਹ ਹੈ, ਬੁਨਿਆਦ ਹੈ। ਕਬੀਰ ਰਾਮੇ ਰਾਮ ਕਹੋ, ਕਹਿਬੇ ਮਹਿ ਵਿਵੇਕ। ਇੱਕ ਭਗਤ ਕਬੀਰ ਜੀ ਨੇ ਸ਼ਲੋਕ ਲਿਖਿਆ, ਉਹਦੇ 'ਚ ਵੀ ਇਹ ਗੱਲ ਕੀਤੀ ਹੈ। ਤਾਂ ਸਿੱਖ ਦੇ ਨਾਤੇ, ਸਿੱਖ ਪਰਿਭਾਸ਼ਾ ਦੇ ਵਿੱਚ ਵਿਵੇਕੀ ਉਹ ਸਿੱਖ ਹੈ ਜੋ ਗੁਰਮਤਿ ਰਹਿਣੀ ਵਿੱਚ ਰਹਿੰਦਾ ਹੋਇਆ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਕਿਉਂਕਿ ਗੁਰੂ ਪੂਰਨ ਵਿਵੇਕੀ ਹੈ, ਸਮਦਰਸ਼ੀ ਹੈ। ਗੁਰੂ ਤੇ ਕੇਵਲ ਸਤਿਗੁਰੂ ਪਾਸੋਂ ਹੀ ਵਿਵੇਕ ਬੁੱਧੀ ਦੀ ਦਾਤ ਸਾਨੂੰ ਮਿਲ ਸਕਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਕੇਵਲ ਸਤਿਗੁਰੂ ਤੋਂ ਮਿਲ ਸਕਦੀ, ਹੋਰ ਕਿਤੋਂ ਨਹੀਂ ਮਿਲ ਸਕਦੀ। ਤਾਂ ਹੀ ਅਸੀਂ ਅਰਦਾਸ ਵਿੱਚ ਖੜੇ ਹੋ ਕੇ ਇਹ ਬੇਨਤੀ ਗੁਰੂ ਅੱਗੇ ਸਵੇਰੇ ਸ਼ਾਮ ਕਰਦੇ ਹਾਂ। ਵਿਵੇਕ ਬੁੱਧੀ ਸਭ ਤੋਂ ਨਿਰਮਲ ਬੁੱਧੀ ਹੈ। ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਜੈ। ਇਹ ਵਚਨ ਵੀ ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਹੁੰਦਾ ਹੈ ਵੀ ਸਭ ਤੋਂ ਜਿਹੜੀ ਵਿਚਾਰਵਾਨ ਬੁੱਧੀ ਉਹ ਵਿਵੇਕ ਬੁੱਧੀ ਹੈ, ਗਿਆਨ ਵਾਲੀ ਬੁੱਧੀ ਹੈ, ਆਪਾਂ ਖੋਜਣ ਵਾਲੀ ਬੁੱਧੀ ਹੈ। ਇਹ ਉੱਚੀ ਮੱਤ ਹੈ, ਇਹ ਉੱਚੀ ਸੁਰਤ ਹੈ ਜੋ ਵਿਵੇਕ ਬੁੱਧ ਹੈ। ਉੱਚੀ ਮੱਤ ਹੈ, ਉੱਚੀ ਸੁਰਤ ਦੀ ਗੱਲ ਹੈ। ਦੋ ਚੀਜ਼ਾਂ ਆਪਸੀ ਵਿਰੋਧੀ ਹਨ। ਇੱਕ ਅਵਿਵੇਕ ਹੈ, ਇੱਕ ਵਿਵੇਕ ਹੈ। ਜੋ ਸਾਨੂੰ ਆਤਮ ਸੁੱਖ ਦੀ ਥਾਂ ਤੇ ਇੰਦਰੀਆਂ ਦੇ ਸੁੱਖਾਂ ਦੇ ਮਗਰ ਲਾਈ ਫਿਰੇ, ਉਹਨੂੰ ਅਵਿਵੇਕ ਕਹਿੰਦੇ ਹਨ। ਪਰ ਜੋ ਸਾਨੂੰ ਆਤਮਿਕ ਸੁੱਖ ਦਿੰਦਾ ਹੈ, ਉਹਨੂੰ ਅਸੀਂ ਵਿਵੇਕ ਕਹਿੰਦੇ ਹਾਂ। ਅੰਦਰ ਦਾ ਸੁੱਖ ਮਿਲਦਾ ਹੈ। ਤਾਂ ਸਾਡੇ ਅੰਦਰ ਹਉਮੈ ਹੈ, ਇਹ ਸਾਨੂੰ ਸਮਝ ਨਹੀਂ ਹੈ। ਜਦ ਤੱਕ ਅਸੀਂ ਗੁਰੂ ਦੇ ਕੋਲੋਂ ਵਿਵੇਕ ਬੁੱਧ ਦੀ ਬਖਸ਼ਿਸ਼ ਹਾਸਲ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਇਹ ਵਿਵੇਕ ਬੁੱਧੀ ਦੇ ਬਾਰੇ ਜਾਣ, ਸੱਚ ਤੇ ਅਸੱਚ ਦੀ ਸਮਝ ਨਹੀਂ ਆ ਸਕਦੀ। ਸੱਚ ਕੀ ਹੈ, ਅਸੱਚ ਕੀ ਹੈ, ਇੱਕ ਭਰੋਸਾ ਹੈ, ਵਿਸ਼ਵਾਸ ਹੈ ਗੁਰੂ ਦੇ ਉੱਤੇ। ਵਿਵੇਕ ਦਾਨ ਦੀ ਅਰਦਾਸ ਹਰ ਸਿੱਖ ਇਸ ਲਈ ਮੰਗਦਾ ਹੈ ਤਦ ਕਿ ਸਾਡਾ ਅਵਿਵੇਕ ਤੋਂ ਛੁਟਕਾਰਾ ਹੋ ਜਾਏ ਤੇ ਸਾਡੀ ਦਵੈਖ, ਈਰਖਾ ਦਵੈਖ ਤੋਂ ਉੱਪਰ ਉੱਠ ਕੇ ਇੱਕ ਹੋਣ ਦੀ ਮਾਲਕਨ ਦੇ ਨਾਲ ਸੁਭਾਵਨਾ ਸਾਡੀ ਬਣ ਜਾਵੇ। ਇਸ ਕਰਕੇ ਅਸੀਂ ਵਿਵੇਕ ਦਾਨ ਮੰਗਦੇ ਹਾਂ। ਵਿਸ਼ਵਾਸ ਸਾਡਾ ਆਤਮਿਕ ਪ੍ਰੇਰਨਾ ਹੈ, ਭਰੋਸਾ ਹੈ, ਆਤਮ ਨਿਰਭਰਤਾ ਹੈ। ਵਿਵੇਕ ਆਤਮਿਕ ਗਿਆਨ ਹੈ। ਇਹ ਅੰਦਰਲੀ ਰਹਿਤ ਦੇ
ਥੰਮ ਹਨ। ਇਸ ਲਈ ਅਰਦਾਸ ਵਿੱਚ ਅਸੀਂ ਇਸ ਥੰਮ ਨੂੰ ਰੋਜ਼ ਮੰਗਦੇ ਹਾਂ ਕਿ ਸਾਡੀ ਅੰਦਰਲੀ ਵਹਿਤ ਦਾ ਥੰਮ ਜਿਹੜਾ ਵਿਵੇਕ ਹੈ ਉਹ ਤੇ ਇਹਨਾਂ ਥੰਮਾਂ ਦੇ ਆਸਰੇ ਤੇ ਬਿਤਾਈ ਹੋਈ ਜ਼ਿੰਦਗੀ ਆਤਮਿਕ ਸੁੱਖ ਦੇ ਹਜ਼ਾਰਿਆਂ ਨੂੰ ਮਾਣੇਗੀ ਤੇ ਵਿਵੇਕ ਦੇ ਰਾਹੀਂ ਹੀ ਜ਼ਿੰਦਗੀ ਜਿਹੜੀ ਹੈ ਇਹ ਪਰਮੇਸ਼ਰ ਦੇ ਘਰ ਦੇ ਨਾਲ ਆਪਣਾ ਪਿਆਰ ਤੇ ਮੁਹੱਬਤ ਪਾਏਗੀ। ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਭਾਵ ਵਿਵੇਕ ਬੁੱਧੀ ਦੇ ਨਾਲ ਜੀਵਨ ਦੀ ਰਾਤ ਸੁਖੈਲੀ ਲੰਘ ਜਾਂਦੀ ਹੈ। ਤੇ ਵਿਵੇਕ ਬੁੱਧੀ ਸਾਨੂੰ ਗੁਰੂ ਅੱਗੇ ਅਰਦਾਸ ਕਰਦਿਆਂ ਜੋ ਨਿਤਾ ਪ੍ਰਤੀ ਅਸੀਂ ਮੰਗ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵਿਵੇਕ ਬੁੱਧੀ ਦਾਤ ਬਖਸ਼ੋ। ਉਹ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਰਹਿਤ ਵਿੱਚ ਰਹਿੰਦਿਆਂ ਹੋਇਆਂ ਨਿਰਮਲ ਜੀਵਨ ਨੂੰ ਬਤੀਤ ਕਰਨ ਦੇ ਲਈ ਅਸੀਂ ਇਹ ਵਿਵੇਕ ਦਾਨ ਗੁਰੂ ਤੋਂ ਮੰਗਦੇ ਹਾਂ ਕਿ ਸਾਨੂੰ ਚਾੜੇ ਮਾੜੇ ਤੇ ਚੰਗੇ ਦੀ ਪਰਖ ਕਰਨ ਦੀ ਜਾਂਚ ਦੱਸਦੇ। ਅਸੀਂ ਜੀਵਨ ਵਿੱਚ ਉਹ ਕੰਮ ਕਰੀਏ ਜਿਹੜੇ ਦਰ ਤੇ ਤੇਰੇ ਅਸੀਂ ਪ੍ਰਵਾਨ ਹੋ ਜਾਈਏ, ਉਹ ਕੰਮ ਨਾ ਕਰੀਏ ਜਿਨ੍ਹਾਂ ਨਾਲ ਤੇਰੇ ਦਰ ਤੇ ਜਾ ਕੇ ਸਾਨੂੰ ਸ਼ਰਮਿੰਦਗੀ ਹੋਵੇ, ਤੇਰੇ ਦਰ ਤੇ ਜਾ ਕੇ ਸਾਨੂੰ ਕੋਈ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਵੇ। ਅਸੀਂ ਐਸਾ ਕੰਮ ਨਾ ਕਰੀਏ ਜਿਸ ਕਾਰਨ ਨਾਲ ਸਾਡਾ ਤੇ ਜਿਹੜਾ ਇਹ ਜਨਮ ਹੈ ਅਜਾਈ ਚਲਾ ਜਾਏ। ਬੜੀ ਸਿੱਧੀ ਗੱਲ ਹੈ, ਅੰਗ ਬੁੱਧ ਬੋ ਸਗਨ ਮਾਇਆ, ਵੀ ਇਹ ਜਿੰਨਾ ਕੁਝ ਸੰਸਾਰ ਵਿੱਚ ਦੇਖਦੇ ਹਾਂ ਇਹ ਸਾਡੀ ਹੰਕਾਰ ਦੀ ਬੁੱਧੀ ਦੇ ਵਿੱਚ ਹੈ ਹੋ ਕੇ ਅਸੀਂ ਵਿਚਰਦੇ ਹਾਂ। ਪਰ ਗੁਰੂ ਕਿਰਪਾ ਕਰੇ, ਜਦੋਂ ਅਸੀਂ ਚੰਗੇ ਤੇ ਮਾੜੇ ਪਰਖ ਕਰਨ ਦੀ ਗੱਲ ਗੁਰੂ ਕੋਲੋਂ ਮੰਗਾਂਗੇ, ਗੁਰੂ ਰਹਿਮਤ ਕਰੇਗਾ, ਇਹ ਝੋਲੀ ਸਾਡੀ ਭਰੇਗਾ ਔਰ ਸਾਨੂੰ ਵੀ ਇਹ ਵਿਵੇਕ ਦਾਨ ਦੇ ਨਾਲ ਚੰਗੇ ਤੇ ਮਾੜੇ ਦੀ ਪਰਖ ਕਰਕੇ ਆਪਣੇ ਜੀਵਨ ਦਾ ਲੋਕ ਪਰਲੋਕ ਸੁਹੇਲਾ ਕਰਨ ਦੀ ਸ਼ਕਤੀ ਆ ਜਾਏਗੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।